ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਸਾਰਿਆਂ ਨੂੰ ਜੀ ਆਇਆਂ। ਅੱਜ ਸਾਡੇ ਨਾਲ ਕੈਪਟਨ ਜਸ਼ਪਾਲ ਸਿੰਘ ਜੀ ਹਾਜ਼ਰ ਹਨ। ਉਹਨਾਂ ਦੀ ਪ੍ਰੈਜੈਂਟੇਸ਼ਨ ਹੈ ਗੁਰਮਤਿ ਵਿਚਾਰਾਂ ਦੀ ਸਾਂਝ ਸਾਡੇ ਨਾਲ ਕਰਨੀ ਹੈ, ਜਾਗੋ ਜਾਗੋ ਸੁਤਿਓ। ਇਸ ਵਿਸ਼ੇ ਦੇ ਉੱਤੇ ਉਹ ਸਾਡੇ ਨਾਲ ਅੱਜ ਵਿਚਾਰ ਸਾਂਝੇ ਕਰਨਗੇ। ਬੇਨਤੀ ਕਰਦਾ ਕੈਪਟਨ ਸਾਹਿਬ ਜੀ ਕਿਰਪਾ ਕਰੋ, ਅੱਜ ਦੀ ਇਹ ਪ੍ਰੈਜੈਂਟੇਸ਼ਨ ਰਾਹੀਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਹਰਜੀਤ ਸਿੰਘ ਜੀ। ਜ਼ੂਮ ਰਾਹੀਂ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਵੀਰ ਹਰਜੀਤ ਸਿੰਘ ਜੀ ਨੇ ਦੱਸਿਆ ਹੈ ਤੇ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ, ਗੁਰਬਾਣੀ ਵਿੱਚੋਂ ਹੀ ਲਿਆ ਗਿਆ ਇਹ ਸ਼ਬਦਾਂ ਦਾ ਸੰਗ੍ਰਹਿ ਹੈ, ਜਾਗੋ ਜਾਗੋ ਸੂਤੇ ਹੋ। ਭਾਵ ਇਹ ਸੁੱਤੇ ਹੋਏ ਪ੍ਰਾਣੀਓ ਜਾਗੋ। ਅਸੀਂ ਸਾਰੇ ਦਿਨ ਦੀ ਕਾਰ ਵਿਹਾਰ ਕਰਕੇ ਥੱਕ ਜਾਂਦੇ ਹਾਂ ਤੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਜੋ ਜਿੱਦਾਂ ਖੇਡ ਬਣੀ ਹੋਈ ਹੈ ਦਿਨ ਰਾਤ ਦੀ, ਤੇ ਰਾਤਾਂ ਨੂੰ ਅਸੀਂ ਸੌਂਦੇ ਹਾਂ ਤੇ ਤਰੋ ਤਾਜ਼ਾ ਹੋ ਕੇ ਸਜਰੇ ਹੋ ਕੇ ਸਵੇਰੇ ਉੱਠ ਕੇ ਫਿਰ ਅਸੀਂ ਕੰਮ ਲਈ ਤਿਆਰ ਹੋ ਜਾਂਦੇ ਹਾਂ। ਇਹ ਨੀਂਦ ਇੱਕ ਕੁਦਰਤੀ ਕਿਰਿਆ ਹੈਗੀ ਹੈ, ਜਿਹਦੇ ਵਿੱਚ ਸਾਰੇ ਪ੍ਰਾਣੀ ਸੌਂਦੇ ਹਨ ਤੇ ਸਵੇਰੇ ਉੱਠ ਕੇ ਸਜਰੇ ਹੋ ਕੇ ਫਿਰ ਦੁਬਾਰਾ ਆਪਣਾ ਕੰਮਕਾਰ ਕਿਰਤ ਵਿਹਾਰ ਸ਼ੁਰੂ ਕਰਦੇ ਹਨ। ਇਹ ਤੇ ਹੈਗੀ ਹੈ ਅੱਖਾਂ ਦੀ ਨੀਂਦ, ਜਿਹ 'ਚ ਸਾਡੀਆਂ ਅੱਖਾਂ ਬੰਦ ਹੋ ਜਾਂਦੀਆਂ ਹਨ ਤੇ ਸੁੱਤੇ ਪਏ ਅਸੀਂ ਵੀ ਸੁਪਨੇ ਵੀ ਦੇਖਦੇ ਹਾਂ। ਪਰ ਇੱਕ ਨੀਂਦ ਹੈਗੀ ਹੈ ਜਿਹੜੀ ਅੱਖਾਂ ਦੀ ਨੀਂਦ ਨਹੀਂ ਹੈਗੀ, ਉਹ ਹੈਗੀ ਮਦਹੋਸ਼ੀ ਦੀ ਕਹਿ ਲਓ, ਅਗਿਆਨਤਾ ਦੀ ਕਹਿ ਲਓ, ਜਾਂ ਮਾਇਆ ਦੇ ਮੋਹ ਦੀ ਕਹਿ ਲਓ। ਇਹ ਨੀਂਦ ਐਸੀ ਹੈ ਕਿ ਕਈ ਵਾਰ ਜਨਮਾਂ ਜਨਮਾਂ ਦੀ ਬਣੀ ਰਹਿੰਦੀ ਹੈ, ਸਾਰੀ ਸਾਰੀ ਉਮਰ ਲੰਘ ਜਾਂਦੀ ਹੈ ਬੰਦੇ ਦੀ ਇਸ ਸੁੱਤੇ ਪਏ ਵਿੱਚ। ਤੇ ਗੁਰੂ ਸਾਹਿਬ ਗੁਰਬਾਣੀ ਵਿੱਚ ਇਸ ਨੀਂਦ ਤੋਂ, ਅਗਿਆਨਤਾ ਦੀ ਨੀਂਦ ਕਹਿ ਲਓ, ਮਾਇਆ ਦੇ ਮੋਹ ਦੀ ਨੀਂਦ ਕਹਿ ਲਓ, ਉਹਦੇ ਵਿੱਚੋਂ ਜਾਗਣ ਦੀ ਜਗਤ ਨੂੰ ਪ੍ਰੇਰਨਾ ਕਰਦੇ ਹਨ। ਸੋ ਅਸੀਂ ਪਹਿਲੇ ਸ਼ਬਦ ਦੀ ਵਿਚਾਰ ਕਰਾਂਗੇ ਜੋ ਕਿ ਕਸ਼ਟਪਦੀ ਹੈ। ਉਸ ਤੋਂ ਬਾਅਦ ਗੁਰਬਾਣੀ ਵਿੱਚ ਹੋਰ ਆਏ ਫੁਰਮਾਨ ਇਸ ਮਾਇਆ ਦੀ ਨੀਂਦ ਬਾਰੇ, ਜਾਗਣ ਬਾਰੇ ਅਸੀਂ ਸਾਂਝੇ ਕਰਾਂਗੇ। ਸੋ ਅਸ਼ਟਪਦੀ ਦਾ ਸਿਰਲੇਖ ਹੈ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ ਤੇ ਇੱਕ ਰਸ ਆਪਣੀ ਰਚਨਾ ਵਿੱਚ ਵਿਆਪਕ ਹੈ, ਤੇ ਸੱਚੇ ਗੁਰੂ ਦੀ ਕਿਰਪਾ ਦੁਆਰਾ ਉਸ ਨਾਲ ਸਾਂਝ ਪਛਾਣ ਬਣਦੀ ਹੈ। ਆਸਾ ਕਾਫੀ ਮਹਿਲਾ ਪਹਿਲਾ, ਭਾਵ ਰਲਵਾਂ ਰਾਗ ਆਸਾ ਰਾਗ ਤੇ ਕਾਫੀ ਰਾਗ ਵਿੱਚ ਇਹ ਅਸ਼ਟਪਦੀ ਉਚਾਰੀ ਗਈ ਹੈ। ਮਹਿਲਾ ਪਹਿਲਾ ਆਦਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਰਚਨ ਕੀਤਾ ਹੋਇਆ ਸ਼ਬਦ ਹੈ। ਘਰ 8ਵਾਂ ਸੰਗੀਤ ਦਾ ਕੋਈ ਵਿਸ਼ਾ ਹੈ ਜਿਹਦੇ ਬਾਰੇ ਮੈਂ ਇੰਨਾ ਨਹੀਂ ਜਾਣਦਾ। 8ਵੇਂ ਘਰ ਵਿੱਚ ਇਹਨੂੰ ਗਾਉਣ ਦੀ ਤਾਕੀਦ ਹੈ ਤੇ ਅਸ਼ਟਪਦੀਆਂ। ਸੋ ਸ਼ਬਦ ਇਸ ਤਰ੍ਹਾਂ ਸ਼ੁਰੂ ਹੁੰਦਾ ਹੈ, ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ, ਊੜ ਕਮਾਵੇਂ ਆਦਮੀ ਬਾਂਧੇ ਘਰ ਬਾਰਾ। ਇੱਕ ਸ਼ਬਦ ਹੈ ਗੋਇਲ, ਇੱਕ ਹੈ ਗੋਇਲੀ। ਗੋਇਲੀ ਦਾ ਮਤਲਬ ਹੈ ਗੁੱਜਰ ਗਵਾਲਾ, ਜਿਹੜਾ ਗਾਈਆਂ ਮੱਝਾਂ ਪਸ਼ੂ ਚਾਰਨ ਵਾਲਾ ਹੁੰਦਾ ਬੰਦਾ। ਤੇ ਗੋਇਲ ਦੇ ਲੱਲੇ ਨੂੰ ਸਿਹਾਰੀ ਹੈ ਗੋਇਲ ਵਿੱਚ। ਪੁਰਾਤਨ ਸਮੇਂ ਵਿੱਚ ਜਦੋਂ ਮਨੁੱਖਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੀ ਸੀ ਤੇ ਉਹਨਾਂ ਦਾ ਸਾਰਾ ਸਰਮਾਇਆ ਉਹਨਾਂ ਦੇ ਪਸ਼ੂ ਡੰਗਰ ਹੁੰਦੇ ਸਨ, ਤੇ ਉਹ ਮੀਂਹ ਦੇ ਉੱਤੇ ਘਾਹ ਪੱਠੇ ਲਈ ਨਿਰਭਰ ਕਰਦੇ ਸੀ। ਪਸ਼ੂ ਉਹ ਚਾਰਾ ਖਾਂਦੇ ਸਨ ਤੇ ਉਧਰੋਂ ਦੀ ਦੁੱਧ ਦਹੀਂ ਤੇ ਹੋਰ ਘਰ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਸੀਗੀਆਂ। ਤੇ ਜਦੋਂ ਕਾਫੀ ਸਮੇਂ ਮੀਂਹ ਨਹੀਂ ਪੈਂਦਾ ਤੇ ਔੜ ਆ ਜਾਂਦੀ, ਕਹਿੰਦੇ ਔੜ ਆ ਗਈ, ਤੇ ਉਹਦੇ ਨਾਲ ਧਰਤੀ ਤਪਦੀ ਏ, ਧੁਖਦੀ ਏ, ਸਾਰੀ ਘਾਹ ਸੁੱਕ ਕੇ ਮਤਲਬ ਪੀਲੀ ਪੈ ਜਾਂਦੀ ਹੈ। ਤੇ ਮਨੁੱਖਾਂ ਲਈ ਤੇ ਭਾਵੇਂ ਥੋੜਾ ਦਾਣੇ ਦੂਣੇ ਉਹਨਾਂ ਨੇ ਆਪਣੇ ਲਈ ਸਾਂਭ ਕੇ ਰੱਖੇ ਹੁੰਦੇ ਨੇ ਤੇ ਉਹ ਗੁਜ਼ਾਰਾ ਹੋ ਜਾਂਦਾ ਹੈ, ਪਰ ਪਸ਼ੂਆਂ ਲਈ ਤਾਜ਼ੇ ਪੱਠੇ ਦੀ ਬਿਲਕੁਲ ਤੋਟ ਆ ਜਾਂਦੀ ਹੈ, ਨਹੀਂ ਮਿਲਦੇ। ਤੇ ਫਿਰ ਉਸ ਜ਼ਮਾਨੇ 'ਚ ਬੰਦੇ ਕੀ ਕਰਦੇ ਸੀਗੇ, ਆਪਣੇ ਪਸ਼ੂ ਡੰਗਰਾਂ ਨੂੰ ਲੈ ਕੇ ਦਰਿਆ ਦੇ ਕੰਢੇ ਚਲੇ ਜਾਂਦੇ ਸੀਗੇ। ਸੋ ਦਰਿਆ ਦੇ ਕੰਢੇ ਕਿਉਂਕਿ ਉੱਥੇ ਪਾਣੀ ਹੈ ਤੇ ਸਿੰਮ ਦੇ ਰਾਹੀਂ ਫਿਰ ਉਹ ਦਰਿਆ ਦੇ ਦੂਰ ਦੂਰ ਤੱਕ ਦੋਨੋਂ ਪਾਸੇ ਹਰੀ ਘਾਹ ਖਾਣ ਨੂੰ ਮਿਲ ਜਾਂਦੀ ਸੀਗੀ। ਤੇ ਜਿਹੜੇ ਬੰਦੇ ਇੱਦਾਂ ਪਸ਼ੂ ਲੈ ਕੇ ਜਾਂਦੇ ਸੀ ਆਪਣੇ, ਤੇ ਉੱਥੇ 4 ਦਿਨ 6 ਦਿਨ 8 ਦਿਨ 10 ਦਿਨ ਉੱਥੇ ਰਹਿੰਦੇ ਸੀਗੇ ਵੀ ਤਾਂ ਕਿ ਪਸ਼ੂ ਜਿਹੜੇ ਨੇ ਉਹ ਆਪਣਾ ਖਾਣਾ ਪੀਣਾ ਕਰ ਲੈਣ। ਤੇ ਜਦੋਂ ਮੀਂਹ ਪੈਂਦਾ ਸੀਗਾ ਤੇ ਮੁੜ ਕੇ ਆਪਣੇ ਪਿੰਡ ਆ ਜਾਂਦੇ ਸੀਗੇ। ਉਸ ਚਰਾਗਾਹ ਨੂੰ ਜਾਂ ਚਰਾਂਦ ਨੂੰ, ਜਾਂ ਜਿੱਥੇ ਉਹ ਹਰੀ ਘਾਹ ਹੈਗੀ ਹੈ ਦਰਿਆ ਦੇ ਕੰਢੇ,
ਉੱਥੇ ਉਸ ਬੰਦੇ ਦਾ ਗੋਇਲੀ ਦਾ ਜਿਹੜਾ ਟਿਕਾਣਾ ਹੁੰਦਾ ਸੀ ਉਹ ਆਰਜ਼ੀ ਹੁੰਦਾ ਸੀ, 4 ਦਿਨਾਂ ਦਾ, 6 ਦਿਨਾਂ ਦਾ, 10 ਦਿਨਾਂ ਦਾ। ਤੇ ਗੁਰੂ ਸਾਹਿਬ ਨੇ ਇਸ ਦ੍ਰਿਸ਼ਟਾਂਤ ਨੂੰ ਲੈ ਕੇ ਸਮਝਾਇਆ ਕਿ ਜਿਵੇਂ ਇੱਕ ਗਵਾਲੇ ਦਾ ਆਪਣੇ ਗੋਇਲ ਵਿੱਚ, ਮਤਲਬ ਕਿਸੇ ਗੋਇਲ ਵਿੱਚ ਜਾ ਕੇ ਟਿਕਾਣਾ ਬੜਾ ਆਰਜ਼ੀ ਹੁੰਦਾ ਹੈ, ਥੋੜੇ ਚਿਰਾਂ ਦਾ ਹੁੰਦਾ ਹੈ, ਇਸੀ ਤਰ੍ਹਾਂ ਇਹ ਸੰਸਾਰ ਹੈ, ਅਸੀਂ ਇੱਥੇ ਸਦਾ ਨਹੀਂ ਰਹਿਣਾ। ਸਾਡਾ ਇਸ ਸੰਸਾਰ ਤੇ ਵਸੇਬਾ ਉਹ ਉਸੀ ਤਰ੍ਹਾਂ ਹੈ ਜਿਸ ਤਰ੍ਹਾਂ ਕਿਸੇ ਗੋਇਲੀ ਦਾ ਗੋਇਲ ਵਿੱਚ ਹੈ। ਤੇ ਕੂੜ ਕਮਾਵੇਂ ਆਦਮੀ ਬੰਦੇ ਘਰ ਬਾਰਾ। ਤੇ ਜਿਹੜੇ ਮਨੁੱਖ ਇੱਥੇ ਪੱਕੇ ਘਰ-ਬਾਰ ਬਣਾਉਣ ਦਾ ਉਦਮ ਕਰਦੇ ਹਨ, ਉਹ ਕੂੜ ਕਮਾ ਰਹੇ ਹਨ, ਭਾਵ ਝੂਠੇ ਧੰਦਿਆਂ 'ਚ ਲੱਗੇ ਹੋਏ ਹਨ। ਉਹਨਾਂ ਦਾ ਇਹ ਉਦਮ ਕਿਸੇ ਲੇਖੇ ਵਿੱਚ ਨਹੀਂ ਹੈ, ਉਹ ਆਪਣਾ ਸਮਾਂ ਵਿਅਰਥ ਗਵਾ ਰਹੇ ਹਨ। ਫਿਰ ਅੱਗੇ ਰਹਾਓ ਦਾ ਬੰਦੇ, ਜਾਗੋ ਜਾਗੋ ਸੂਤਿਓ ਚੱਲਿਆ ਵਣਜਾਰਾ। ਰਹਾਓ ਵੀ ਹੇ ਮਾਇਆ ਦੇ ਮੋਹ ਵਿੱਚ ਸੁੱਤੇ ਹੋਏ ਪ੍ਰਾਣੀਓ, ਹੋਸ਼ ਕਰੋ, ਉੱਠੋ, ਜਾਗੋ। ਜਿਹੜੇ ਤੁਸੀਂ ਮਾਇਆ ਦੀ ਮੋਹ ਦੀ ਨੀਂਦ ਵਿੱਚ ਸੁੱਤੇ ਹੋਏ ਹੋ, ਦੇਖੋ ਤੁਹਾਡਾ ਵਣਜਾਰਾ ਸਾਥੀ ਤੁਹਾਡੇ ਸਾਹਮਣੇ ਇੱਥੋਂ ਦੀ ਰੁਖਸਤ ਹੋ ਗਿਆ ਹੈ, ਭਾਵ ਇਸ ਦੁਨੀਆ ਤੋਂ ਕੂਚ ਕਰ ਗਿਆ ਹੈ, ਤੇ ਤੁਹਾਡੀ ਵਾਰੀ ਵੀ ਛੇਤੀ ਹੀ ਆ ਜਾਣੀ ਹੈ। ਨੀਤ ਨੀਤ ਕਰ ਬਾਂਦੀ ਹੈ ਜੇ ਰਹਿਣਾ ਹੋਈ। ਨੀਤ ਮੈਨੇ ਨਿਤ ਰਹਿਣ ਵਾਲੇ, ਸਦਾ ਕਾਇਮ ਰਹਿਣ ਵਾਲੇ ਘਰ, ਕਿਲੇ, ਮੰਦਰ, ਮਹਿਲ ਮਾੜੀਆਂ ਤਾਂ ਬਣਾਏ ਜਾਣ ਜੇ ਰਹਿਣਾ ਹੋਈ, ਜੇ ਇੱਥੇ ਅਸੀਂ ਸਦਾ ਰਹਿਣਾ ਹੋਵੇ। ਕਿਉਂਕਿ ਜੇ ਬੰਦਾ ਕੋਈ ਵਿਚਾਰ ਕੇ ਦੇਖੇ, ਪਿੰਡ ਪਵੈ ਜਿਉ ਚਲਸੀ ਜੇ ਜਾਣੇ ਕੋਈ। ਜੇ ਮਨੁੱਖ ਥੋੜਾ ਜਿਹਾ ਵਿਚਾਰੇ, ਥੋੜਾ ਜਿਹਾ ਸੋਚੇ, ਤੇ ਇਹ ਗੱਲ ਸਮਝ ਆਉਂਦੀ ਹੈ ਕਿ ਪਿੰਡ ਪਵੈ ਜਿਉ ਚਲਸੀ, ਜਦੋਂ ਜਿੰਦ ਚਲੀ ਜਾਏਗੀ ਇਸ ਦੇਹ ਨੂੰ ਛੱਡ ਕੇ, ਤੇ ਪਿੰਡ ਪਵੈ, ਪਿੰਡ ਪੈ ਜਾਏਗਾ, ਭਾਵ ਢਹਿ ਢੇਰੀ ਹੋ ਜਾਏਗਾ, ਛੁੱਟੜ ਮਾਟੀ ਬਣ ਜਾਏਗਾ। ਇਹ ਸਰੀਰ, ਇਹ ਤਨ ਜਿਹੜਾ ਮਿੱਟੀ ਵਿੱਚ ਰਲ ਜਾਏਗਾ, ਤੇ ਜਿਹੜੇ ਉਹ ਬਣਾਏ ਹੋਏ ਕਿਲੇ, ਮੰਦਰ, ਮਾੜੀਆਂ ਜਿਹੜੀਆਂ ਨੇ ਉਦਾਂ ਦੀਆਂ ਉਦਾਂ ਹੀ ਰਹਿ ਜਾਣਗੀਆਂ। ਜਦੋਂ ਪ੍ਰਾਣੀ ਕੋਈ ਪ੍ਰਾਣ ਤਿਆਗ ਦਿੰਦਾ ਹੈ ਤੇ ਲੋਕੀ ਉਹਦੇ ਸਗੀ ਸੰਬੰਧੀ ਕੀਰਨੇ ਪਾਉਂਦੇ ਨੇ, ਰੋਂਦੇ ਨੇ, ਤੇ ਗੁਰੂ ਸਾਹਿਬ ਕਹਿੰਦੇ ਉਹੀ ਕਿਆ ਕਰੋ ਹੈ ਹੋਸੀ ਸੋਈ, ਕਿ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਉਹ ਅਕਾਲ ਪੁਰਖ ਪਰਮਾਤਮਾ, ਜੀਵ ਆਤਮਾ ਕਦੀ ਨਹੀਂ ਮਰਦਾ। ਉਹ ਜੀਵ ਆਤਮਾ ਜਿਸ ਅਕਾਲ ਪੁਰਖ ਦੀ ਅੰਸ਼ ਹੈ, ਉਹ ਹੁਣ ਵੀ ਹੈ, ਹੋਸੀ ਸੋਈ, ਤੇ ਉਹ ਆਉਣ ਵਾਲੇ ਸਮੇਂ ਵਿੱਚ ਹੀ ਕਾਇਮ ਰਹੇਗਾ। ਤੇ ਤੁਸੀਂ ਮਰੇ ਪ੍ਰਾਣੀ ਤੇ ਹਾਏ ਹਾਏ ਇਹ ਕੀ ਕਰਦੇ ਹੋ? ਤੁਮ ਰੋਵੋਗੇ ਉਸ ਨੂੰ, ਤੁਮਕੋ ਕੌਣ ਰੋਈ। ਹੁਣ ਤੁਸੀਂ ਉਹਨੂੰ ਰੋਂਦੇ ਹੋ, ਜਦੋਂ ਤੁਸੀਂ ਮਰ ਜਾਓਗੇ ਤੁਹਾਨੂੰ ਕੋਈ ਹੋਰ ਰੋਏਗਾ। ਭਾਵ ਇਹ ਸਾਰੀ ਕਿਰਿਆ ਲੋਕਾਚਾਰੀ ਦੀ ਹੈ। ਅੱਗੇ ਗੁਰੂ ਸਾਹਿਬ ਬੜਾ ਸੋਹਣਾ ਕਹਿੰਦੇ ਨੇ, ਕਹਿੰਦੇ ਧੰਦਾ ਪਿੱਟਿਓ ਭਾਈ ਹੋ, ਤੁਮ ਕੂੜ ਕਮਾਵੋ। ਭਾਵ ਜਾਂ ਰੋਣ ਧੋਣ ਦਾ ਜਿਹੜਾ ਧੰਦਾ, ਇਹ ਪਿੱਟਣ ਦਾ, ਰੋਣ ਪਿੱਟਣ ਦਾ ਧੰਦਾ ਤੁਸੀਂ ਕਰਦੇ ਪਏ ਹੋ। ਇਹ ਸਿਰਫ ਧੰਦਾ ਗੁਰੂ ਸਾਹਿਬ ਨੇ ਕਿਹਾ, ਧੰਦਾ ਹੁੰਦਾ ਬੇਫਜ਼ੂਲ ਦੇ ਕੰਮ। ਤੁਮ ਕੂੜ ਕਮਾਵੋ, ਤੁਸੀਂ ਕੂੜ ਦੀ ਕਮਾਈ ਕਰਦੇ ਹੋ ਇਦਾਂ ਰੋ ਕੇ। ਤੁਸੀਂ ਇਹ ਝੂਠ ਦਾ ਪਸਾਰਾ ਫੈਲਾਉਂਦੇ ਪਏ, ਝੂਠ ਨਾਲ ਜੁੜੇ ਹੋਏ ਹੋ, ਆਪਣਾ ਸਮਾਂ ਵਿਅਰਥ ਗਵਾ ਰਹੇ ਹੋ। ਉਹ ਨਾ ਸੁਣੀ ਕਤ ਹੀ ਤੁਮ ਲੋਕ ਸੁਣਾਵੋ। ਜਿਹਦੇ ਲਈ ਤੁਸੀਂ ਰੋ ਰਹੇ ਹੋ, ਉਹ ਤੇ ਇਸ ਦੁਨੀਆ ਤੋਂ ਜਾ ਚੁੱਕਿਆ, ਉਹ ਤੁਹਾਨੂੰ ਬਿਲਕੁਲ ਵੀ ਨਹੀਂ ਸੁਣ ਪਾ ਰਿਹਾ ਵੀ ਤੁਸੀਂ ਉਹਦੇ ਲਈ ਰੋ ਰਹੇ ਹੋ। ਤੁਮ ਲੋਕ ਸੁਣਾਵੋ, ਤੁਸੀਂ ਆਪਣਾ ਇਹ ਰੋਣਾ ਲੋਕਾਂ ਨੂੰ ਸੁਣਾਉਂਦੇ ਪਏ ਹੋ, ਭਾਵ ਇਹ ਸਿਰਫ ਲੋਕਾਚਾਰੀ ਹੈ। ਫਿਰ ਅੱਗੇ ਗੁਰੂ ਸਾਹਿਬ ਕਹਿੰਦੇ ਨੇ, ਇਹ ਅਕਾਲ ਪੁਰਖ ਦੀ ਆਪਣੀ ਹੀ ਖੇਡ ਹੈ, ਜਿਸ ਤੇ ਸੁੱਤਾ ਨਾਨਕਾ ਜਾਗਾਏ ਸੋਈ। ਜਿਸ ਅਕਾਲ ਪੁਰਖ ਦੇ ਹੁਕਮ ਦੇ ਮੁਤਾਬਕ, ਜਿਸ ਦੀ ਰਜ਼ਾ ਦੇ ਅਨੁਸਾਰ ਇਹ ਜੀਵ ਗਲਫਤ ਵਿੱਚ ਸੁੱਤਾ ਹੋਇਆ ਹੈ, ਅਗਿਆਨਤਾ ਵਿੱਚ, ਮਾਇਆ ਦੇ ਮੂਹ ਵਿੱਚ ਸੁੱਤਾ ਹੋਇਆ ਹੈ, ਜਾਗਾਏ ਸੋਈ, ਉਹ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਇਸ ਨੂੰ ਜਗਾਉਂਦਾ ਹੈ। ਤੇ ਕਹਿੰਦੇ ਜੇਕਰ ਬੁੱਝੈ ਆਪਣਾ, ਤੇ ਜੇ ਪ੍ਰਾਣੀ ਆਪਣੇ ਅਸਲ ਘਰ ਨੂੰ, ਜਿਹੜਾ ਉਹਦਾ ਨਿੱਜ ਘਰ ਹੈ, ਜਿਹੜਾ ਉਹਦਾ ਅਸਲ ਟਿਕਾਣਾ ਹੈ, ਜਿੱਥੇ ਜਨਮ ਮਰਨ ਨਹੀਂ ਹੈ, ਬੁੱਝੈ ਆਪਣਾ, ਜੇ ਉਹਨੂੰ ਬੁੱਝ ਲਵੇ, ਜੇ ਉਹਨੂੰ ਸਮਝ ਆ ਜਾਏ, ਤਾਂ ਨੀਂਦ ਨਾ ਹੋਈ। ਤੇ ਫਿਰ ਉਸ ਪ੍ਰਾਣੀ ਨੂੰ, ਉਸ ਮਨੁੱਖ ਨੂੰ ਮਾਇਆ ਦੇ ਮੋਹ ਦੀ ਨੀਂਦ ਨਹੀਂ ਵਿਆਪ ਸਕਦੀ। ਤੇ ਅੱਗੇ ਕਹਿੰਦੇ, ਜੇ ਚੱਲਦਾ ਲੈ ਚੱਲਿਆ ਕਿਛ ਸੰਪੈ ਨਾਲੇ। ਸੰਪੈ ਮੈਨੇ ਸੰਪਦਾ, ਪੈਸਾ, ਧਨ, ਪਦਾਰਥ। ਕਹਿੰਦੇ ਜੇ ਚੱਲਦਾ ਲੈ ਚੱਲਿਆ, ਕਹਿੰਦੇ ਜੇ ਇੱਥੋਂ ਜਾਣ ਵਾਲਾ ਪ੍ਰਾਣੀ ਤੁਰਦਾ ਹੋਇਆ ਕੁਛ ਧਨ ਪਦਾਰਥ ਸਮਾਨ ਆਪਣੇ ਨਾਲ ਲੈ ਗਿਆ ਹੋਵੇ, ਤੁਸੀਂ ਸਾਰਿਆਂ ਨੇ ਆਪਣੇ ਸਗੀ ਸੰਬੰਧੀਆਂ ਨੂੰ ਇੱਥੋਂ ਦੀ ਕੂਚ ਕਰਦੇ ਦੇਖਿਆ ਹੈ, ਆਪਣੇ ਹੱਥੀਂ ਉਹਨਾਂ ਨੂੰ ਮਸਾਣਾ ਵਿੱਚ ਅਗਨ ਭੇਂਟ ਕਰਕੇ ਆਏ ਹੋ। ਸੋ ਕਹਿੰਦੇ ਜੇ ਤੁਸੀਂ ਦੇਖਿਆ, ਜੇ ਉਹ ਬੰਦਾ ਜਿਹੜਾ ਜਾਣ ਵਾਲਾ ਪ੍ਰਾਣੀ ਕੁਛ ਨਾ ਕੁਛ ਆਪਣੇ ਨਾਲ ਲੈ ਕੇ ਗਿਆ ਹੈ,
ਤਾਂ ਤਨ ਸੰਚੋ ਦੇਖ ਕੇ ਬੂਝੋ ਵਿਚਾਰੇ। ਕਹਿੰਦੇ ਫਿਰ ਦੇਖੋ, ਵਿਚਾਰੋ, ਸੋਚੋ ਤੇ ਸਮਝੋ, ਤੇ ਜੇ ਉਹ ਕੁਝ ਲੈ ਗਿਆ ਹੋਵੇ ਤੇ ਤੁਸੀਂ ਵੀ ਕੁਛ ਨਾ ਕੁਛ ਮਾਲ ਧਨ ਇਕੱਠਾ ਕਰੀ ਜਾਓ, ਵੀ ਤੁਸੀਂ ਵੀ ਲੈ ਜਾਓਗੇ। ਗੁਰੂ ਸਾਹਿਬ ਨੇ ਦੇਖੋ ਕਿੰਨਾ ਸੋਹਣਾ ਕਟਾਕਸ਼ ਕੀਤਾ ਹੈ, ਤੇ ਕਿੰਨੇ ਸੋਹਣੇ ਢੰਗ ਨਾਲ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਜੇ ਤੁਹਾਡਾ ਕੋਈ ਸੰਗੀ ਸੰਬੰਧੀ ਤੁਰਦਾ ਹੋਇਆ ਕੁਛ ਨਾਲ ਲੈ ਗਿਆ, ਫਿਰ ਤੇ ਬੇਸ਼ੱਕ ਤੁਸੀਂ ਵੀ ਜੋੜ ਲਵੋ ਕਿ ਤੁਸੀਂ ਵੀ ਨਾਲ ਲੈ ਕੇ ਜਾਣਾ ਹੈ। ਫਿਰ ਅੱਗੇ ਸਮਝਾਉਂਦੇ ਨੇ ਵੀ ਨਾਲ ਕੀ ਜਾਣਾ ਹੈ। ਕਹਿੰਦੇ ਵਣਜ ਕਰੋ ਮਕਸੂਦ ਲੈਹੋ, ਮਤ ਪਛੋਤਾਵੋ। ਮਕਸੂਦ ਦਾ ਭਾਵੇਂ ਲਾਭ, ਮੁਨਾਫਾ। ਕਹਿੰਦੇ ਪ੍ਰਮਾਤਮਾ ਦੇ ਨਾਮ ਦਾ ਵਣਜ ਕਰੋ, ਉਹਦਾ ਵਪਾਰ ਕਰੋ, ਤੇ ਇਸ ਤਰ੍ਹਾਂ ਤੁਹਾਨੂੰ ਲਾਭ ਪ੍ਰਾਪਤ ਹੋਏਗਾ। ਮਕਸੂਦ ਲੈਹੋ, ਤੇ ਇਹ ਵਪਾਰ ਕਰਕੇ ਕਦੀ ਵੀ ਪਛਤਾਵਾ ਪੱਲੇ ਨਹੀਂ ਪਏਗਾ। ਜਿਹੜਾ ਦੁਨੀਆ ਦਾ ਧੰਦਾ ਕਰਦੇ ਹੋ, ਕੌਡੀਆਂ ਇਕੱਠੀਆਂ ਕਰਦੇ ਹੋ, ਮਹਿਲ ਮਾੜੀਆਂ ਉਸਾਰਦੇ ਹੋ, ਇਹ ਸਾਰੀਆਂ ਪਛਤਾਵੇ ਦਾ ਸਬਬ ਬਣਨਗੀਆਂ। ਕਿਉਂਕਿ ਜਦੋਂ ਮਨੁੱਖ ਫਿਰ ਜਾਣ ਲੱਗੇ ਲਾਚਾਰ ਮਹਿਸੂਸ ਕਰਦਾ ਹੈ ਕਿ ਮੈਂ ਜਿਹੜਾ ਇੰਨਾ ਇਹ ਕੰਮ ਕੀਤਾ, ਮੈਂ ਸਿਰਫ ਰੇਤ ਹੀ ਛਾਣਦਾ ਰਿਹਾ, ਖਾਕ ਹੀ ਛਾਣਦਾ ਰਿਹਾ, ਪਾਣੀ ਹੀ ਰਿੜਕਦਾ ਰਿਹਾ, ਮੇਰੇ ਹੱਥ ਪੱਲੇ ਕੁਛ ਨਹੀਂ ਪਿਆ, ਇਹ ਸਾਰਾ ਮੈਂ ਕਾਹਦੇ ਲਈ ਕੀਤਾ, ਮੈਂ ਆਪਣਾ ਜੀਵਨ ਬਰਬਾਦ ਕਰ ਲਿਆ। ਸੋ ਕਹਿੰਦੇ ਵਣਜ ਕਰੋ ਮਕਸੂਦ ਲੈਹੋ, ਮਤ ਪਛੋਤਾਵੋ। ਔਗੁਣ ਛੋਡੋ ਗੁਣ ਕਰੋ, ਐਸੇ ਤਤ ਪਰ ਆਵੋ। ਤਤ ਹੁੰਦਾ ਹੈ ਮੱਖਣ ਜਾਂ ਅਸਲੀਅਤ, ਪਰਾਵੋ ਮਨੇ ਪ੍ਰਾਪਤ ਕਰੋ। ਕਹਿੰਦੇ ਭਾਈ ਔਗਣਾ ਤੋਂ ਤੌਬਾ ਕਰੋ, ਗੁਣਾਂ ਨੂੰ ਸੰਗ੍ਰਹਿ ਕਰੋ। ਇਹੋ ਜਿਹਾ ਜੀਵਨ ਜੀ ਕੇ ਤੁਸੀਂ ਜੀਵਨ ਦੀ ਅਸਲੀਅਤ ਜਾਂ ਜੀਵਨ ਦਾ ਜੋ ਅਸਲੀ ਪ੍ਰਾਪਤੀ ਹੈ ਉਹਨੂੰ ਪ੍ਰਾਪਤ ਕਰ ਸਕਦੇ ਹੋ, ਆਪਣੇ ਜੀਵਨ ਨੂੰ ਸਫਲ ਕਰ ਸਕਦੇ ਹੋ। ਕਹਿੰਦੇ ਧਰਮ ਭੂ ਸਤ ਬੀਜ ਕਰ। ਧਰਮ ਰੂਪੀ ਭੂਮੀ ਵਿੱਚ, ਧਰਮ ਰੂਪੀ ਧਰਤੀ ਵਿੱਚ ਸ਼ੁਭ ਆਚਰਣ ਦਾ, ਸਚਾਈ ਦਾ, ਸੰਤੋਖ ਦਾ, ਸਬਰ ਦਾ, ਗੁਣਾਂ ਦਾ ਬੀਜ ਕਰ, ਉਹਦਾ ਬੀਜ ਬੀਜੋ। ਐਸੀ ਕਿਰਸ ਕਮਾਵੋ, ਇਹੋ ਜਿਹੀ ਖੇਤੀ ਕਰੋ, ਤਾਂ ਵਪਾਰੀ ਜਾਣਿਓ ਲਾਹਾ ਲੈ ਜਾਵੋ। ਇਸ ਤਰ੍ਹਾਂ ਦੀ ਖੇਤੀ ਕਰਕੇ ਜਦੋਂ ਤੁਸੀਂ ਮੁਨਾਫਾ ਖੱਟ ਕੇ ਇੱਥੋਂ ਦੀ ਜਾਓਗੇ, ਤਾਂ ਤੁਸੀਂ ਇੱਕ ਚੰਗੇ ਸਿਆਣੇ ਸੂਝਵਾਨ ਵਪਾਰੀ ਅਖਵਾਓਗੇ। ਕਰਮ ਹੋਵੇ ਸਤਿਗੁਰੂ ਮਿਲੈ, ਬੁਝੈ ਵਿਚਾਰਾ। ਪਰ ਕਹਿੰਦੇ ਜਦੋਂ ਉਸ ਅਕਾਲ ਪੁਰਖ ਦਾ ਕਰਮ ਹੁੰਦਾ ਹੈ, ਉਸ ਦੀ ਬਖਸ਼ਿਸ਼ ਹੁੰਦੀ ਹੈ, ਉਸ ਦੀ ਕਿਰਪਾ ਹੁੰਦੀ ਹੈ, ਤੇ ਫਿਰ ਮਨੁੱਖ ਦੀ ਸਾਂਝ ਗੁਰੂ ਨਾਲ ਬਣਦੀ ਹੈ, ਤੇ ਫਿਰ ਬੁਝੈ ਵਿਚਾਰਾ, ਫਿਰ ਉਹ ਇਹੋ ਜਿਹੇ ਵਿਚਾਰਾਂ ਨੂੰ ਬੁਝਦਾ ਹੈ, ਸਮਝਦਾ ਹੈ, ਸੋਚਦਾ ਹੈ। ਨਾਮ ਵਖਾਣੈ ਸੁਣੇ ਨਾਮ, ਨਾਮੇ ਵਿਵਹਾਰਾ। ਤੇ ਗੁਰੂ ਦੇ ਨਾਲ ਸਾਂਝ ਦੀ ਬਰਕਤ ਕੀ ਹੈ, ਜੀਵਨ 'ਚ ਕਿਹੜੀ ਤਬਦੀਲੀ ਆਉਂਦੀ ਹੈ? ਫਿਰ ਨਾਮ ਵਖਾਣਾ ਹੈ, ਉਹ ਨਾਮ ਦਾ ਹੀ ਉਚਾਰਨ ਕਰਦਾ ਹੈ, ਨਾਮ ਦੀ ਹੀ ਵਿਆਖਿਆ ਕਰਦਾ ਹੈ, ਨਾਮ ਦੀ ਗੱਲਾਂ ਕਰਦਾ ਹੈ, ਸੁਣੇ ਨਾਮ, ਨਾਮ ਨੂੰ ਹੀ ਸੁਣਦਾ ਹੈ, ਤੇ ਨਾਮ ਨੂੰ ਹੀ ਆਪਣੇ ਜੀਵਨ ਦਾ ਵਿਵਹਾਰ ਬਣਾ ਲੈਂਦਾ ਹੈ। ਜਿਉ ਲਾਹਾ ਤੋਟਾ ਤਿਵੇਂ, ਤਿਵੇਂ ਲਾਹਾ ਮੈਨੇ ਮੁਨਾਫਾ, ਤੋਟਾ ਮੈਨੇ ਘਾਟਾ। ਕਹਿੰਦੇ ਭਾਈ ਜਿਵੇਂ ਲਾਹਾ ਹੈ ਉਵੇਂ ਹੀ ਤੋਟਾ ਹੈ। ਭਾਵ ਵਾਟ ਚਲਦੀ ਆਈ, ਲਿਵ ਧਾਤ ਦੋਏ ਰਾਹ ਹੈ, ਪਰਮਾਤਮਾ ਨਾਲ ਪਿਆਰ ਦਾ ਤੇ ਮਾਇਆ ਵਿੱਚ ਭਟਕਣਾ ਦਾ। ਇਹੀ ਜ਼ਿੰਦਗੀ ਦੇ ਦੋ ਮੁੱਖ ਤੌਰ ਤੇ ਰਾਹ ਨੇ। ਤੇ ਇੱਕ ਰਾਹ ਲਾਹੇ ਦਾ ਹੈ, ਦੂਜਾ ਰਾਹ ਤੋਟੇ ਦਾ। ਜਿਹੜੇ ਗੁਰਮੁਖ ਨੇ ਉਹ ਲਾਹਾ ਲੈ ਜਾਂਦੇ ਨੇ, ਜਿਹੜੇ ਮਨਮੁਖ ਨੇ ਉਹ ਘਾਟਾ ਖਾ ਜਾਂਦੇ ਨੇ। ਤੇ ਕਹਿੰਦੇ ਇਹ ਰਾਹ ਜਿਹੜੀ ਏ ਸ਼ੁਰੂ ਤੋਂ ਹੀ ਆਦਿ ਕਾਲ ਤੋਂ ਮਨਮੁਖਤਾ ਵਾਲੀ, ਗੁਰਮੁਖਤਾ ਵਾਲੀ, ਲਿਵ ਵਾਲੀ, ਧਾਤ ਵਾਲੀ, ਲਾਹੇ ਵਾਲੀ, ਤੋਟੇ ਵਾਲੀ ਇਸੀ ਤਰ੍ਹਾਂ ਚੱਲਦੀ ਆਈ ਹੈ। ਜੋ ਤਿਸ ਭਾਵੈ ਨਾਨਕਾ ਸਾਈ ਵਡਿਆਈ। ਜੋ ਵਾਹਿਗੁਰੂ ਨੂੰ ਪਾਉਂਦਾ ਹੈ, ਜੇ ਤੇ ਕਿਰਪਾ ਕਰਕੇ ਜਿਹਨੂੰ ਗੁਰਮੁਖ ਬਣਾਉਣਾ ਤੇ ਕਿਸੇ ਨੂੰ ਮਨਮੁਖ ਬਣਾ ਕੇ ਉਹਨੂੰ ਭੌਂਟਣੀਆਂ ਦੇਣੀਆਂ, ਇਹ ਨਾਨਕ ਇਹੀ ਉਸ ਵਾਹਿਗੁਰੂ ਦੀ ਵਡਿਆਈ ਹੈ। ਇਧਰੋਂ ਦੀ ਇਹ ਪ੍ਰੇਰਨਾ ਮਿਲਦੀ ਹੈ ਕਿ ਹੋਰ ਹੀਲੇ ਵਸੀਲੇ, ਜੰਤਰ ਮੰਤਰ ਜਾਂ ਹੋਰ ਅੱਜ ਕੱਲ੍ਹ ਤੇ ਸੋਸ਼ਲ ਮੀਡੀਆ ਤੇ ਬੜੇ ਸਾਰੇ ਤੁਹਾਨੂੰ ਗੁਰੂ ਤੇ ਬੜੇ ਸਾਰੇ ਸਿਆਣੇ ਤੇ ਬੜੇ ਸਾਰੇ ਤੁਹਾਨੂੰ ਜ਼ਿੰਦਗੀ ਦੀਆਂ ਜੁਗਤੀਆਂ ਦੱਸਣ ਵਾਲੇ ਮਿਲ ਜਾਣਗੇ। ਪਰ ਜੋ ਗੁਰੂ ਸਾਹਿਬ ਨੇ ਸਾਨੂੰ ਰਾਹ ਦੱਸਿਆ ਹੈ ਉਹ ਦੀ ਬੈਸਟ ਹੈਗਾ, ਉਹ ਟਾਈਮ ਟੈਸਟਡ ਹੈਗਾ, ਉਹ ਜੁਗਾਂ ਜੁਗਾਂ ਤੋਂ ਹੀ ਹੈਗਾ। ਉਹ ਹੈਗਾ ਸਿਮਰਨ ਦਾ, ਸੇਵਾ ਦਾ, ਤੇ ਆਪਣਾ ਆਪ ਨੂੰ ਗੁਰੂ ਦੇ ਪ੍ਰਤੀ ਸਮਰਪਿਤ ਕਰਨ ਦਾ, ਗੁਰੂ ਦੀ ਮੱਤ ਨੂੰ ਗ੍ਰਹਿਣ ਕਰਨ ਦਾ। ਬਾਕੀ ਸਾਰੇ ਜਿੰਨੇ ਵੀ ਟੋਟਕੇ ਹੈਗੇ ਨੇ ਉਹ ਟੈਂਪਰੇਰੀ, ਆਰਜ਼ੀ ਜਾਂ ਆਪਣੇ ਮਨ ਨੂੰ ਭਰਮਾਉਣ ਵਾਲੇ ਨੇ। ਸੋ ਬੜੇ ਸਾਰੇ ਇਸ ਕੰਮ ਤੇ, ਕਿਉਂਕਿ ਲੋਕੀ ਦੁਖੀ ਤੇ ਹੈਗੇ ਹੀ ਨੇ ਪਦਾਰਥਵਾਦ ਵਿੱਚ, ਤੇ ਉਹ ਫਿਰ ਆਪਣਾ ਬਿਜ਼ਨਸ ਚਲਾਉਣ ਲਈ ਬੜੀਆਂ ਸਾਰੀਆਂ ਦੁਕਾਨਾਂ ਕਈ ਕਿਸਮ ਦੀਆਂ ਚੱਲੀਆਂ ਹੋਈਆਂ ਨੇ ਤੇ ਚੱਲ ਵੀ ਰਹੀਆਂ ਨੇ। ਪਰ ਜਿਹੜਾ ਰਸਤਾ ਗੁਰੂ ਸਾਹਿਬ ਨੇ ਸਾਨੂੰ ਗੁਰਮਤਿ ਵਾਲਾ ਦੱਸਿਆ ਹੈ, ਉਹ
ਬਿਲਕੁਲ ਮਤਲਬ ਕਿ ਹਰ ਸਮੇਂ ਲਈ, ਹਰ ਸਿਚੁਏਸ਼ਨ ਲਈ, ਹਰ ਮਨੁੱਖ ਲਈ ਇੱਕੋਦਮ ਲਾਹੇਵੰਦ ਹੈ ਤੇ ਕਦੀ ਵੀ ਉਹਦੇ ਵਿੱਚ ਕਿਸੇ ਵੀ ਕਿਸਮ ਦੇ ਧੋਖੇ ਦੀ ਗੁੰਜਾਇਸ਼ ਨਹੀਂ ਹੈ। ਸੋ ਇਹ ਪਾਵਨ ਜਿਹੜੀ ਅਸ਼ਟਪਦੀ ਸੀਗੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਪਾਵਨ ਅੰਕ 418 ਉੱਤੇ ਸ਼ੁਭਾਇਮਾਨ ਹੈ। ਸੋ ਆਓ ਅਸੀਂ ਹੁਣ ਦੇਖਦੇ ਹਾਂ ਕੁਝ ਹੋਰ ਪ੍ਰਮਾਣ ਗੁਰਬਾਣੀ ਵਿੱਚ ਜਿਹੜੇ ਇਸ ਨੀਂਦ ਬਾਰੇ ਤੇ ਜਾਗਣ ਬਾਰੇ ਸਾਨੂੰ ਮਿਲਦੇ ਨੇ। ਜਿਉ ਸੁਪਨੈ ਨਿਸ ਭੁੱਲੀਐ, ਨਿਸ ਮਨ ਦਾ ਰਾਤ। ਕਿਉਂਕਿ ਇਹ ਭੁਲੇਖਾ ਕਿਵੇਂ ਹੈ? ਅਸੀਂ ਜਗਤ ਨੂੰ ਜੋ ਦੇਖਦੇ ਹਾਂ ਉਹ ਅਸਲ ਵਿੱਚ ਨਹੀਂ ਹੈ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਇਹੀ ਭਰਮ ਹੈ ਨਾ। ਤੇ ਭਰਮ ਕਿਸ ਤਰ੍ਹਾਂ ਜਦੋਂ ਪੈਂਦਾ, ਜਿੱਦਾਂ ਮੈਨੂੰ ਯਾਦ ਹੈ, ਮੈਂ ਕਿਉਂਕਿ ਜਦੋਂ ਮਰਚੈਂਟ ਨੇਵੀ 'ਚ ਕੰਮ ਕੀਤਾ ਤੇ ਉਹਦੇ ਸਟੇਜਿਸ ਸੀਗੇ, ਡਿਪਾਰਟਮੈਂਟਲ ਪੇਪਰ 3 ਸੀਗੇ ਸਾਡੇ। ਇੱਕ ਤੇ ਪਹਿਲਾਂ ਟ੍ਰੇਨਿੰਗ ਦਾ ਹੈਗਾ, ਜਿਸ 'ਚ ਅਸੀਂ ਕਹਿੰਦੇ ਅਪ੍ਰੈਂਟਿਸਸ਼ਿਪ ਜਾਂ ਕੈਡਟ ਸੀਗਾ ਮੈਂ ਜਦੋਂ। ਉਹ 'ਚ ਫਿਜ਼ੀਕਲ ਕੰਮ ਸਵੇਰ ਤੋਂ ਲੈ ਕੇ ਸ਼ਾਮ ਤੱਕ, ਤੇ ਆਪਣੇ ਖਾਲੀ ਟਾਈਮ 'ਚ ਪੜ੍ਹਾਈ ਕਰਨੀ ਹੈ ਤੇ ਨਾਲ ਵਾਚ ਵੀ ਰੱਖਣੀ ਹੈ। ਪਰ ਸਾਰਾ ਫਿਜ਼ੀਕਲ ਕੰਮ, ਪੇਂਟਿੰਗ, ਚਿਪਿੰਗ, ਮੋਪਿੰਗ, ਕਲੀਨਿੰਗ, ਸਾਰੇ ਮਤਲਬ ਕਿ ਲੇਬਰ ਦੇ ਕੰਮ 'ਚ ਪੂਰੇ ਅਸੀਂ ਕਰਦੇ ਸੀਗੇ। ਬੰਦਾ ਹੰਡ ਜਾਂਦਾ ਹੈ ਚੰਗੀ ਤਰ੍ਹਾਂ ਉਹਦੇ ਵਿੱਚ, ਫੌਜੀਆਂ ਵਾਂਗੂ। ਤੇ ਅੱਜ ਕੱਲ੍ਹ ਭਾਵੇਂ ਉਹ ਲੈਬੋਰੀਅਸ ਕੰਮ ਘੱਟ ਗਿਆ ਹੈ, ਕਿਉਂਕਿ ਆਟੋਮੇਸ਼ਨ ਸ਼ਿਪਸ ਦੇ ਉੱਤੇ ਬੜੀ ਆ ਗਈ ਹੈ। ਸੋ ਉਹ ਸ਼ੁਰੂਆਤੀ ਦੌਰ ਹੁੰਦਾ ਟ੍ਰੇਨਿੰਗ ਦਾ। ਫਿਰ ਇੱਕ ਸੈਕਿੰਡ ਮੇਟ ਦਾ ਪੇਪਰ ਹੁੰਦਾ ਹੈ, ਫਿਰ ਸੀ ਟਾਈਮ ਪੂਰਾ ਕਰੋ, ਫਿਰ ਚੀਫ ਮੇਟ ਦਾ ਪੇਪਰ ਹੁੰਦਾ ਹੈ, ਤੇ ਫਿਰ ਸੀ ਟਾਈਮ ਪੂਰਾ ਕਰੋ ਲੋੜੀਂਦਾ ਜਿਹੜਾ, ਤੇ ਫਿਰ ਕੈਪਟਨ ਦਾ ਪੇਪਰ ਹੁੰਦਾ ਹੈ। ਤੇ ਮੈਨੂੰ ਯਾਦ ਹੈ ਕਿ ਜਦੋਂ ਮੈਂ ਕੈਡਟ ਸੀਗਾ, ਜਹਾਜ਼ ਤੇ ਸੁੱਤਾ ਹੋਇਆ, ਇੱਕ ਵਾਰ ਬੰਕ ਵਿੱਚ, ਤੇ ਮੈਨੂੰ ਸੁਪਨਾ ਆਇਆ ਕਿ ਮੈਂ ਕੈਪਟਨ ਬਣਿਆ ਹੋਇਆ। ਹਾਲਾਂਕਿ ਕੈਪਟਨ ਦੇ ਪੜ੍ਹਾ 3 ਪੜਾਅ ਸੀਗੇ ਪੇਪਰ ਦੇਣ ਦੇ, ਬੜੇ ਤਗੜੇ। ਉਹ 'ਚ ਬੜਾ ਪੜ੍ਹਨਾ ਪੈਣਾ ਸੀਗਾ। ਤੇ ਮੈਂ ਕੈਡਟ ਵਿੱਚ ਹੀ ਮੈਨੂੰ ਸੁਪਨਾ ਆਇਆ ਕਿ ਮੈਂ ਜਹਾਜ਼ ਦਾ ਕੈਪਟਨ ਹੈਗਾ, ਤੇ ਮੈਂ ਬੜਾ ਖੁਸ਼ ਹੈਗਾ। ਤੇ ਜਦੋਂ ਨੀਂਦ ਖੁੱਲੀ ਤੇ ਮੈਂ ਕਿਹਾ ਤੇਰੇ ਦੀ ਯਾਰ, ਕਿੰਨਾ ਵਧੀਆ ਸੁਪਨਾ ਸੀਗਾ। ਤੇ ਹੈਰਾਨੀ ਦੀ ਗੱਲ ਦੇਖੋ, ਪ੍ਰਮਾਤਮਾ ਦੀ ਐਸੀ ਖੇਡ, ਜਦੋਂ ਮੈਂ ਕੈਪਟਨ ਬਣ ਗਿਆ, ਇਸੇ ਤਰ੍ਹਾਂ ਮੈਨੂੰ ਇੱਕ ਸੁਪਨਾ ਆਇਆ ਕਿ ਮੈਂ ਕੈਡਟ ਹੈਗਾ। ਤੇ ਮੈਂ ਨਾ ਸੁਪਨੇ 'ਚ ਹੀ ਪਰੇਸ਼ਾਨ ਹੋ ਰਿਹਾ, ਯਾਰ ਹਾਲੇ ਸੈਕਿੰਡ ਮਿਡ ਦੀ ਵੀ ਤਿਆਰੀ ਕਰਨੀ ਹੈ, ਹਾਲੇ ਮੈਂ ਉਹ ਸ਼ਿਪ ਕੰਸਟਰਕਸ਼ਨ ਦੀ ਉਹ ਪੂਰਾ ਰੱਟਾ ਲਾਣਾ ਹੈ, ਹਾਲੇ ਸ਼ਿਪ ਸਟੈਬਿਲਿਟੀ ਦੇ ਨਿਊਮੈਰੀਕਲਸ ਬੜੇ ਸਾਰੇ ਪਏ ਨੇ, ਉਹ ਵੀ ਪ੍ਰੈਕਟਿਸ ਕਰਨੀ ਹੈ। ਤੇ ਮੈਂ ਉਹਦੇ ਬਾਰੇ ਸੋਚੀ ਜਾ ਰਿਹਾ ਵੀ ਹਾਲੇ ਯਾਰ ਕੈਪਟਨ ਦਾ ਜਿਹੜੀ ਇਹ ਮੰਜ਼ਿਲ ਬਹੁਤ ਦੂਰ ਹੈਗੀ, ਹਾਲੇ ਤਾਂ ਸੈਕਿੰਡ ਮਿਡ ਕਲੀਅਰ ਕਰਨਾ ਹੈ। ਤੇ ਜਦੋਂ ਮੈਂ ਨੀਂਦ ਖੁੱਲੀ ਤੇ ਥੋੜੀ ਦੇਰ ਬਾਅਦ ਦੇਖਿਆ, ਨਹੀਂ ਯਾਰ ਮੈਂ ਤੇ ਕੈਪਟਨ ਹੀ ਹੈਗਾ। ਸੋ ਇਹ ਕਹਿਣ ਦਾ ਮਤਲਬ ਹੈ, ਤੇ ਉਸ ਲਈ ਮੈਨੂੰ ਬੜੀ ਖੁਸ਼ੀ ਹੋਈ ਵੀ ਸ਼ੁਕਰ ਹੈ ਯਾਰ, ਇਹ ਸੁਪਨਾ ਸੱਚਾ ਨਹੀਂ ਸੀਗਾ। ਹੁਣ 2 ਕਿਸਮ ਦੇ ਸੁਪਨੇ ਆਏ। ਇੱਕ ਸੁਪਨਾ ਖੁਸ਼ੀ ਦੇਣ ਵਾਲਾ ਸੀਗਾ, ਉਹ ਵੀ ਅਸਲੀਅਤ ਤੋਂ ਦੂਰ ਸੀਗਾ, ਤੇ ਦੂਜਾ ਸੁਪਨਾ ਦੁੱਖ ਦੇਣ ਵਾਲਾ ਸੀਗਾ, ਉਹ ਵੀ ਅਸਲੀਅਤ ਤੋਂ ਦੂਰ ਸੀਗਾ। ਇਸੀ ਤਰ੍ਹਾਂ ਦੁਨੀਆ ਵਿੱਚ ਜਿਹਨੂੰ ਅਸੀਂ ਸੁੱਖ ਸਮਝਦੇ ਹਾਂ ਉਹ ਸੁੱਖ ਨਹੀਂ ਹੈਗਾ, ਤੇ ਜਿਹਨੂੰ ਦੁੱਖ ਸਮਝਦੇ ਹਾਂ ਉਹ ਦੁੱਖ ਨਹੀਂ ਹੈਗਾ। ਇਹ ਕਿਉਂ ਹੈ? ਇਹ ਸੁਪਨੇ ਕਰਕੇ ਹੀ ਹੈ। ਸੋ ਇਹ ਸੁਪਨਾ ਜਿਹੜਾ ਹੈ ਉਹ ਸਿਰਫ ਰਾਤ ਦਾ ਹੀ ਨਹੀਂ ਹੁੰਦਾ, ਇਹ ਦਿਨ ਵੇਲੇ ਵੀ ਬੰਦੇ ਅਸੀਂ ਸੁਪਨਿਆਂ ਵਿੱਚ ਰਹਿੰਦੇ ਹਾਂ। ਸੋ ਗੁਰੂ ਸਾਹਿਬ ਕਹਿੰਦੇ ਨੇ ਕਿਵੇਂ ਹੈ, ਕਿਸ ਤਰ੍ਹਾਂ ਹੈ? ਕਹਿੰਦੇ ਜਿਉ ਸੁਪਨੇ ਨਿਸ ਭੁੱਲੀ ਹੈ, ਜਬ ਲਗ ਨਿੰਦਰਾ ਹੋਏ। ਜਿਵੇਂ ਰਾਤ ਨੂੰ ਸੁਪਨਾ ਦੇਖ ਕੇ ਭੁੱਲੀਏ, ਭੁਲੇਖਾ ਖਾ ਜੀਦਾ ਹੈ। ਅਸੀਂ ਸੁਪਨੇ ਨੂੰ ਸਮਝਦੇ ਰਹਿੰਦੇ ਹਾਂ ਸੱਚ, ਤੇ ਉਹ ਸੱਚ ਕਦੋਂ ਤੱਕ ਕਾਇਮ ਰਹਿੰਦਾ ਹੈ? ਜਬ ਲਗ ਨਿੰਦਰਾ ਹੋਏ। ਜਦੋਂ ਤੱਕ ਨੀਂਦ ਕਾਇਮ ਰਹਿੰਦੀ ਹੈ, ਸੁਪਨੇ ਦਾ ਭੁਲੇਖਾ ਪਿਆ ਰਹਿੰਦਾ ਹੈ। ਇਸੀ ਤਰ੍ਹਾਂ ਜਦੋਂ ਤੱਕ ਮਨੁੱਖ ਨੂੰ ਮਾਇਆ ਦੀ, ਮੋਹ ਦੀ ਨੀਂਦ ਦਾ ਪ੍ਰਭਾਵ ਰਹਿੰਦਾ ਹੈ, ਉਹਨੂੰ ਇਹ ਜਗਤ ਉਹ ਨਜ਼ਰ ਆਉਂਦਾ ਹੈ ਜੋ ਅਸਲ ਵਿੱਚ ਨਹੀਂ ਹੁੰਦਾ, ਅਸਲੀਅਤ ਤੋਂ ਵੱਖਰਾ ਨਜ਼ਰ ਆਉਂਦਾ ਹੈ। ਕਹਿੰਦੇ ਇਉਂ ਸਰਪਣ ਕਹਿ ਬਸ ਜੀੜਾ, ਸਰਪਣ ਦੇ ਨੰਨੇ ਨੂੰ ਸਿਹਾਰੀਏ, ਭਾਵ ਸਰਪਣੀ, ਭਾਵ ਸੱਪਣੀ, ਭਾਵ ਨਾਗਨ, ਭਾਵ ਮਾਇਆ। ਜਿਹੜਾ ਮੈਨੇ ਇਹ ਵਿਚਾਰਾ ਜਿਹੜਾ ਕਮਜ਼ੋਰ ਜਾਂ ਜਿੰਦ ਜਿਹੜੀ ਹੈਗੀ ਇਹਦੀ ਮਨ ਹੈਗਾ, ਕਹਿੰਦਾ ਇਸ ਤਰ੍ਹਾਂ ਮਾਇਆ ਦੇ ਸ਼ਿਕੰਜੇ ਵਿੱਚ ਫਸਿਆ ਹੋਇਆ। ਅੰਤਰ ਹਉਮੈ ਦੋਏ, ਤੇ ਮਾਇਆ ਦੇ ਪ੍ਰਭਾਵ ਕਰਕੇ ਇਹਦੇ ਅੰਦਰ ਫਿਰ ਹਉਮੈ ਤੇ ਦੋਏ ਮੈਨੇ ਦ્વੈਤ ਭਾਵ, ਦੁਵਿਧਾ ਜਿਹੜੀ ਹੈ, ਮੇਲ ਤੇਰੇ, ਉਹ ਜਨਮ ਲੈ ਲੈਂਦੇ ਨੇ। ਪਰ ਕਹਿੰਦੇ ਗੁਰਮਤਿ ਹੋਈ ਵਿਚਾਰੀ ਹੈ। ਜਦੋਂ ਮਨੁੱਖ ਗੁਰੂ ਦੇ ਮਤ ਨਾਲ ਜੁੜਦਾ ਹੈ, ਬਾਣੀ ਪੜ੍ਹਦਾ ਹੈ, ਵਿਚਾਰਦਾ ਹੈ, ਕੰਠ ਕਰਦਾ ਹੈ, ਆਪਣੇ ਜੀਵਨ ਚ ਅਪਣਾਉਂਦਾ ਹੈ, ਕੋਈ ਵਿਚਾਰੀ ਹੈ, ਫਿਰ ਉਹ ਵਿਚਾਰਵਾਨ ਬਣ ਜਾਂਦਾ ਹੈ। ਫਿਰ ਉਸ ਪਾਸੇ ਇਹਦੀ ਸੁਰਤ ਲੱਗਦੀ ਹੈ, ਤੇ ਸੁਪਨਾ ਇਹ ਜਗ ਲੋਏ। ਫਿਰ ਸਮਝ ਆ ਜਾਂਦਾ ਹੈ ਵੀ ਇਹ ਜਗ ਤੇ ਸੁਪਨਾ ਹੈ, ਇਹ ਜਗਤ ਦਾ ਮੋਹ, ਇਹ ਦੁਨੀਆ ਦੀ ਮੇਰ ਤੇਰ, ਇਹ ਨਿਰਾ ਸੁਪਨਾ ਹੈ, ਇਹਦੀ ਆਪਣੀ ਕੋਈ ਹੋਂਦ ਨਹੀਂ। ਇਹ ਚੀਜ਼ਾਂ ਕੁਰਾਹੇ ਪਾਉਣ ਵਾਲੀਆਂ ਨੇ। ਹੁਣ ਇਹਦਾ ਇੱਕ ਦੇਖੋ, ਜਿਸ ਤਰ੍ਹਾਂ ਮੈਂ ਦੱਸਿਆ ਆਪਣਾ ਸ਼ਿਪ ਦੇ ਉੱਤੇ 2 ਸੁਪਨੇ ਆਏ, ਇਸੀ ਤਰ੍ਹਾਂ ਭਗਤ ਰਵਿਦਾਸ ਜੀ ਬਾਣੀ ਵਿੱਚ ਬੜਾ ਸੋਹਣਾ ਕਹਿੰਦੇ ਨੇ ਵੀ ਅਸੀਂ ਸਾਰੇ ਕਿਹਦੇ ਅੰਸ਼ ਹੈਗੇ ਆ? ਕਹੋ ਕਬੀਰ ਹਮ ਰਾਮ ਕੀ ਅੰਸ਼। ਸਾਡੇ ਸਾਰਿਆਂ ਦੇ ਵਿੱਚ ਜੋ ਜੀਵਾਤਮਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੀ ਹੈਗੀ, ਸਾਰਿਆਂ ਦੇ ਵਿੱਚ, ਗੋਰੇ ਕਾਲੇ ਜਿੰਨੇ ਜੀਵ ਨੇ ਸਾਰਿਆਂ ਵਿੱਚ ਅਸੀਂ ਅਕਾਲ ਪੁਰਖ ਦੀ
ਤੇ ਉਹ ਵਾਹਿਗੁਰੂ ਤੇ ਸਦਾ ਮਨ ਚਾਹੋ ਹੈਗਾ, ਉਹ ਆਨੰਦ ਦਾ ਸੋਮਾ ਹੈਗਾ, ਤੇ ਫਿਰ ਅਸੀਂ ਦੁਖੀ ਕਿਉਂ ਹੈਗੇ ਹਾਂ? ਸਾਨੂੰ ਤੇ ਦੁਖੀ ਹੋਣਾ ਹੀ ਨਹੀਂ ਚਾਹੀਦਾ, ਕਿਉਂਕਿ ਸਾਡਾ ਜਿਹੜਾ ਸੋਮਾ ਹੈ, ਸਾਡਾ ਜੋ ਸੋਰਸ ਹੈ, ਸਾਡਾ ਜੋ ਸਰੋਤ ਹੈ, ਉਹ ਤੇ ਹਰ ਵੇਲੇ ਆਨੰਦ ਵਿੱਚ ਹੈ, ਸਦਾ ਮਨ ਚਾਹੋ ਹੈ, ਉਤਸ਼ਾਹ ਹੈ, ਚਾਹ ਹੈ, ਖੁਸ਼ੀ ਹੈ। ਤੇ ਫਿਰ ਵੀ ਅਸੀਂ ਦੁਖੀ ਕਿਉਂ ਹਾਂ? ਉਹ ਦੁਖੀ ਅਸੀਂ ਨੀਂਦ ਕਰਕੇ ਹਾਂ। ਕਹਿੰਦੇ ਇसी ਤਰ੍ਹਾਂ ਇੱਕ ਐਗਜ਼ਾਮਪਲ ਦਿੱਤਾ ਹੈ, ਨਰਪਤ, ਨਰਪਤ ਦਾ ਮੈਨੇ ਰਾਜਾ, ਇੱਕ ਸਿੰਘਾਸਨ ਸੋਇਆ। ਹੁਣ ਰਾਜਾ ਹੋਣਾ ਕਿੰਨੀ ਵੱਡੀ ਗੱਲ ਹੈ। ਇੱਕ ਅਸੀਂ ਵੀ ਉਸ ਅਕਾਲ ਪੁਰਖ ਰਾਜੇ ਦੇ ਧੀਆਂ ਪੁੱਤਰ ਹੈਗੇ ਆ। ਕਹਿੰਦੇ ਨਰਪਤ ਇੱਕ ਸਿੰਘਾਸਨ ਸੋਇਆ, ਇੱਕ ਰਾਜਾ ਹੈ, ਸਿੰਘਾਸਨ ਤੇ ਬੈਠਾ ਹੈ, ਉੱਤੇ ਚੌਰ ਛਤਰ ਤੇ ਸੇਵਾਦਾਰ ਤੇ ਹੋਰ ਸਾਰੀ ਪ੍ਰਜਾ ਹੈਗੀ ਹੈ, ਸਲਾਮਾਂ ਕਰਦੀ ਹੈ। ਤੇ ਕਹਿੰਦੇ ਉਹਨੂੰ ਨੀਂਦ ਆ ਗਈ ਸਿੰਘਾਸਨ ਤੇ ਸੁਪਨੇ ਪਿਆ ਭਿਖਾਰੀ, ਤੇ ਸੁਪਨਾ ਕੀ ਦੇਖ ਰਿਹਾ ਕਿ ਉਹ ਤੇ ਮੰਗਤਾ ਹੈਗਾ ਜਿਵੇਂ ਮੈਂ ਕੈਪਟਨ ਸੀਗਾ ਤੇ ਮੈਨੂੰ ਸੁਪਨਾ ਹੈ ਕਿ ਮੈਂ ਤਾਂ ਹਲੇ ਕੈਰੇਟ ਹੀ ਹੈਗਾ, ਹਾਲੇ ਮੇਰੀ ਮੰਜ਼ਿਲ ਬਹੁਤ ਦੂਰ ਹੈਗੀ ਹੈ। ਤੇ ਕਹਿੰਦੇ ਸੁਪਨੇ ਪਿਆ ਭਿਖਾਰੀ, ਅਛਤ ਰਾਜ ਬਿਛਰਤ ਦੁਖ ਪਾਇਆ। ਰਾਜ ਹੁੰਦੇ ਸੁਣਦੇ ਸਿੰਘਾਸਨ ਵੀ ਕਾਇਮ ਹੈਗਾ, ਛਤਰ ਵੀ ਝੁਲ ਰਿਹਾ ਹੈ, ਚੌਰ ਵੀ ਹੋ ਰਿਹਾ ਹੈ, ਸੇਵਾਦਾਰ ਵੀ ਬੈਠੇ ਨੇ, ਹੁਕੂਮਤ ਵੀ ਹੈਗੀ ਹੈ, ਪ੍ਰਜਾ ਕਹਿਣਾ ਵੀ ਮੰਨਦੀ ਪਈ ਹੈ, ਸਭ ਕੁਝ ਠੀਕ ਹੈ। ਅਛਤ ਰਾਜ ਬਿਛਰਤ ਦੁਖ ਪਾਇਆ, ਰਾਜ ਹੁੰਦੇ ਸੁਣਦੇ ਵੀ ਉਸ ਰਾਜ ਤੋਂ ਵਿਛੜ ਕੇ ਦੁੱਖ ਪਾ ਰਿਹਾ ਹੈ। ਤੇ ਉਹ ਸਾਡਾ ਰਾਜ ਕਿਹੜਾ ਹੈ? ਉਹ ਅਕਾਲ ਪੁਰਖ ਵਾਹਿਗੁਰੂ। ਆਪਣੇ ਮੂਲ ਤੋਂ ਵਿਛੜ ਕੇ ਅਸੀਂ ਦੁਖੀ ਹੈਗੇ ਹਾਂ ਤੇ ਸੁਪਨੇ ਦੇ ਸ਼ਿਕਾਰ ਹੋ ਗਏ। ਸੋਗਤ ਬਹੀ ਹਮਾਰੀ, ਸਾਡੀ ਵੀ ਇਹੀ ਅਵਸਥਾ ਹੈ, ਨਹੀਂ ਤੇ ਮਨੁੱਖ ਦੇ ਦੁਖੀ ਹੋਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਹੁਣ ਇੱਕ ਭਗਤ ਕਬੀਰ ਜੀ ਦਾ ਇੱਕ ਸ਼ਬਦ ਲੈ ਲਈਏ, ਇਸ ਥੋੜਾ ਜਿਹਾ ਹੈਗੇ ਨੇ, ਮਤਲਬ ਕਿ ਕਹ ਲਓ ਮੁਹਾਵਰੇ ਟਾਈਪ ਦ੍ਰਿਸ਼ਟਾਂਤ ਹੈਗੇ ਨੇ। ਕਹਿੰਦੇ ਦੇਖੋ ਲੋਗਾ ਕੱਲ ਕੋ ਭਾਓ, ਭਾਓ ਦਾ ਮਤਲਬ ਇੱਥੇ ਪ੍ਰਭਾਵ। ਇਹ ਦੁਨੀਆ ਦੇ ਲੋਕੋ ਦੇਖੋ ਕਲਯੁਗ ਦਾ ਕੀ ਪ੍ਰਭਾਵ ਪੈ ਰਿਹਾ ਹੈ। ਇੱਥੇ ਕਲਯੁਗ ਦਾ ਕੀ ਮਤਲਬ ਹੈ? ਪਰਮਾਤਮਾ ਤੋਂ ਵਿਛੋੜੇ ਦਾ ਪ੍ਰਭਾਵ ਕੀ ਪੈ ਰਿਹਾ ਹੈ। ਕਿਉਂਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਗੁਰਮਤ ਦੇ ਵਿੱਚ ਕਲਯੁਗ ਕੋਈ ਖਾਸ ਪੀਰੀਅਡ ਆਫ ਟਾਈਮ ਨਹੀਂ ਹੈ। ਜਿਹੜਾ ਸਮਾਂ ਅਕਾਲ ਪੁਰਖ ਨੂੰ ਵਿਸਾਰ ਕੇ ਬਿਤਾਇਆ ਜਾਂਦਾ ਹੈ ਉਹੀ ਕਲਯੁਗ ਹੈ। ਸੋ ਭਗਤ ਕਬੀਰ ਜੀ ਕਹਿੰਦੇ ਨੇ ਜਦੋਂ ਮਨੁੱਖ ਪਰਮਾਤਮਾ ਤੋਂ ਆਪਣੇ ਆਪ ਨੂੰ ਦੂਰ ਕਰ ਲੈਂਦਾ ਹੈ ਤੇ ਫਿਰ ਉਹ ਉੱਤੇ ਕੀ ਪ੍ਰਭਾਵ ਪੈਂਦਾ ਹੈ। ਕਹਿੰਦੇ ਸੁੱਤ ਮੁਕਲਾਈ ਆਪਣੀ ਮਾਓ, ਸੁੱਤ ਮੈਨੇ ਪੁੱਤਰ ਨੇ, ਤੱਤੇ ਨੂੰ ਸਿਹਾਰੀ ਹੈ, ਮੁਕਲਾਈ ਮੈਨੇ ਮੁਕਲਾਵਾ ਲੈ ਲਿਆ ਆਪਣੀ ਮਾਂ ਦੇ ਨਾਲ। ਇਹਦਾ ਮਤਲਬ ਕੀ ਹੈ? ਮਨ ਰੂਪੀ ਪੁੱਤਰ ਨੇ ਮਾਇਆ ਰੂਪੀ ਮਾਂ ਦੇ ਨਾਲ ਵਿਆਹ ਕਰ ਲਿਆ। ਜਦੋਂ ਮਨੁੱਖ ਪਰਮਾਤਮਾ ਤੋਂ ਸਿਮਰਨ ਬੰਦਗੀ ਤੋਂ ਪਰੇ ਹੋ ਜਾਂਦਾ ਹੈ, ਗੁਰੂ ਦੀ ਬਾਣੀ ਤੋਂ ਟੁੱਟ ਜਾਂਦਾ ਹੈ, ਤੇ ਫਿਰ ਇਹਦਾ ਵਿਆਹ ਕਿਹਦੇ ਨਾਲ ਹੋ ਜਾਂਦਾ? ਮਾਇਆ ਨਾਲ ਹੋ ਜਾਂਦਾ ਹੈ। ਸੁੱਤ ਮੁਕਲਾਈ ਆਪਣੀ ਮਾਂ, ਮਾਇਆ ਰੂਪੀ ਪੁੱਤਰ ਨੇ ਆਪਣੀ ਹੀ ਮਾਂ, ਮਾਇਆ ਰੂਪੀ ਮਾਂ ਨਾਲ ਵਿਆਹ ਕਰ ਲਿਆ। ਪੱਗਾ ਬਿਨ ਹੁਰੀਆ ਮਾਰਤਾ, ਪੱਗ ਮੈਨੇ ਪੈਰ। ਕਹਿੰਦੇ ਇਸ ਮਨ ਦੇ ਕੋਈ ਪੈਰ ਨਹੀਂ ਹੈਗੇ, ਹੁਰੀਆ ਮੈਨੇ ਛਲਾਂਗਾ, ਪਰ ਇਹ ਪੈਰਾਂ ਤੋਂ ਬਿਨਾਂ ਛਲਾਂਗਾ ਮਾਰਦਾ ਹੈ। ਭਾਵ ਬੜਾ ਚੰਚਲ ਹੋ ਜਾਂਦਾ ਹੈ, ਫਿਰ ਭਟਕਦਾ ਹੈ। ਬਦਨੈ ਬਿਨ ਖਿਰ ਹਾਸਤਾ, ਬਦਨ ਦਾ ਮਤਲਬ ਹੁੰਦਾ ਮੂੰਹ। ਇਸ ਮਨ ਦਾ ਕੋਈ ਮੂੰਹ ਨਹੀਂ ਹੈਗਾ, ਕੋਈ ਦੰਦ ਨਹੀਂ ਹੈਗੇ, ਪਰ ਫਿਰ ਵੀ ਖਿੜ ਖਿੜ ਕੇ ਹੱਸਦਾ ਹੈ। ਭਾਵ ਮਨ ਆਈਆਂ ਕਰ ਕਰਕੇ ਹਉਮੈ ਵਿੱਚ ਬੜਾ ਖੁਸ਼ ਹੁੰਦਾ ਹੈ ਕਿ ਮੈਂ ਬੜਾ ਸਿਆਣਾ, ਮੈਂ ਬੜਾ, ਮਤਲਬ ਕਿ ਮੇਰੇ ਵਰਗਾ ਕੋਈ ਨਹੀਂ, ਮਨ ਆਈਆਂ ਕਰਦਾ ਹੈ। ਨਿੰਦਰਾ ਬਿਨ ਨਰ ਪੈ ਸੋਵੈ, ਇਹਦਾ ਅਸਲਾ ਇਸ ਤਰ੍ਹਾਂ ਦਾ ਹੈ ਕਿ ਇਹ ਨੀਂਦ ਤੋਂ ਬਿਨਾਂ ਹੈ, ਕਿਉਂਕਿ ਇਹਦਾ ਜੋ ਮੂਲ ਹੈ ਉਹ ਤੇ ਗੁਰਬਾਣੀ ਕਹਿੰਦੀ ਸਤਿਗੁਰ ਜਾਗਤਾ ਹੈ ਦਿਓ, ਅਕਾਲ ਪੁਰਖ ਤੇ ਜਾਗਦਾ ਹੈ। ਸੋ ਇਹਦੇ ਤੇ ਇਹਦਾ ਜੋ ਮੂਲ ਸੁਭਾਅ ਹੈ, ਇਹ ਤੇ ਮਾਇਆ ਦਾ ਪ੍ਰਭਾਵ ਨਹੀਂ ਪੈਣਾ ਚਾਹੀਦਾ, ਇਹ ਬਿਲਕੁਲ ਪਵਿੱਤਰ ਹੈ। ਪਰ ਇਹ ਤਾਂ ਹੀ ਮੁਮਕਿਨ ਹੈ ਜਦੋਂ ਤੱਕ ਇਹ ਆਪਣੇ ਮੂਲ ਦੇ ਨਾਲ ਜੁੜਿਆ ਰਵੇ। ਜਦੋਂ ਮੂਲ ਤੋਂ ਟੁੱਟ ਜਾਂਦਾ ਤੇ ਫਿਰ ਨਰ ਪੈ ਸੋਵੇ, ਫਿਰ ਜੀਵ ਪੈ ਕੇ ਮਨੇ ਲੰਮੀ ਤਾਣ ਕੇ, ਭਾਵ ਪੂਰੀ ਗੂੜੀ ਨੀਂਦ ਦੇ ਵਿੱਚ ਬੇਪਰਵਾਹ ਹੋ ਕੇ ਮਾਇਆ ਦੀ ਨੀਂਦ ਵਿੱਚ ਹੈ ਸੌ ਜਾਂਦਾ ਹੈ। ਬਿਨ ਬਾਸਨ ਖੀਰ ਬਿਲੋਵੈ, ਖੀਰ ਮੈਨੇ ਦੁੱਧ, ਬਾਸਨ ਮੈਨੇ ਭਾਂਡਾ, ਤੇ ਭਾਂਡੇ ਤੋਂ ਬਿਨਾਂ ਹੀ ਦੁੱਧ ਨੂੰ ਰਿੜਕੀ ਜਾਂਦਾ ਹੈ। ਭਾਵ ਖਿਆਲੀ ਪੁਲਾਵ ਬਣਾਉਂਦਾ ਹੈ, ਸ਼ੇਖ ਚਿੱਲੀਆਂ ਵਾਂਗੂ ਘਟਦਾ ਰਹਿੰਦਾ ਹੈ। ਮਾਇਆ ਦੇ ਜਿੱਦਾਂ ਹਵਾਈ ਕਿਲੇ ਇਹ ਇਦਾਂ ਦੇ ਬੰਦੇ ਬਣਾਉਂਦਾ ਰਹਿੰਦਾ। ਇਹ ਮਨ ਦੀ ਬਿਰਤੀ ਹੋ ਜਾਂਦੀ ਹੈ ਜਦੋਂ ਮਨੁੱਖ ਸਿਮਰਨ ਤੋਂ ਟੁੱਟ ਕੇ, ਬਾਣੀ ਤੋਂ ਟੁੱਟ ਕੇ ਮਾਇਆ ਦੇ ਪ੍ਰਭਾਵ ਅਧੀਨ ਆ ਜਾਂਦਾ ਹੈ। ਹੁਣ ਗੁਰੂ ਸਾਹਿਬ ਬੜਾ ਸੋਹਣਾ ਸਮਝਾਉਂਦੇ ਨੇ, ਕਹਿੰਦੇ ਵੀ ਇੱਕ ਸਾਡੇ ਪੰਜਾਬੀ 'ਚ ਅਖਾਣ ਵੀ ਹੈਗਾ, ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ। ਬੜਾ ਮਤਲਬ ਕਿ ਇਹ ਚਾਹੇ ਸਮਝਾਇਆ ਵੀ ਅਵੇਸਲੇ ਨਾ ਹੋਵੋ, ਜਾਗਦੇ ਰਹੋ, ਆਲਸੀ ਨਾ ਬਣੋ। ਜਿਹੜੇ ਜਾਗਦੇ ਨੇ ਉਹਦੀ ਕੱਟੀਆਂ, ਮਤਲਬ ਇੱਕ ਕਹਾਣੀ ਬਣੀ ਹੋਈ ਇਹਦੀ, ਅਸੀਂ ਉਹਦੇ ਵਿਸਥਾਰ ਵਿੱਚ ਨਹੀਂ ਜਾਂਦੇ। ਜਿਹੜੇ ਬੰਦੇ
ਪੰਜਾਬ ਦੀ ਰੂਰਲ ਲਾਈਫ, ਪੇਂਡੂ ਲਾਈਫ ਤੋਂ ਜਾਣੂ ਨੇ, ਉਹ ਇਹਨਾਂ ਅਖਾਣ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਨੇ ਵੀ ਜਾਗਦਿਆਂ ਦੀਆਂ ਕੱਟੀਆਂ, ਕਿਉਂਕਿ ਕੱਟੀ ਜਿਹੜੀ ਹੈ ਉਹ ਹਮੇਸ਼ਾ ਜਿਹੜਾ ਜ਼ਿਮੀਦਾਰ ਹੈ ਜਾਂ ਜਿਹੜਾ ਪਸ਼ੂ ਸਰਮਾਇਆ ਹੈਗੇ ਨੇ, ਉਹ ਹਮੇਸ਼ਾ ਉਹਦੀ ਭਾਲ ਵਿੱਚ ਰਹਿੰਦਾ। ਉਹ ਕੱਟਾ ਹੋ ਕੇ ਕਦੀ, ਜੇ ਉਹਦੇ ਘਰ ਕੱਟਾ ਹੋ ਜਾਏ ਤੇ ਉਹ ਕਦੀ ਖੁਸ਼ ਨਹੀਂ ਹੁੰਦਾ, ਕਿਉਂਕਿ ਉਹਨੇ ਕਿਸੇ ਕੰਮ ਨਹੀਂ ਆਉਣਾ। ਤੇ ਕੱਟੀ ਨੇ ਅੱਗੇ ਜਾ ਕੇ ਮੱਝ ਬਣਨਾ ਤੇ ਉਹਨੇ ਦੁੱਧ, ਦਹੀਂ, ਲੱਸੀ ਤੇ ਉਹ ਸਾਰੇ ਉਹਨੂੰ ਸਰੋਤ ਮਿਲਣੇ ਨੇ। ਸੋ ਕਹਿੰਦੇ ਜਾਗਦਿਆਂ ਦੀ ਕੱਟੀਆਂ ਤੇ ਸੁੱਤਿਆਂ ਦੇ ਕੱਟੇ। ਹੁਣ ਗੁਰੂ ਸਾਹਿਬ ਕਹਿੰਦੇ ਨੇ ਜੋ ਜਾਗੇ ਸੇ ਉਬਰੇ, ਸੁੱਤੇ ਗਏ ਮੁਹਾਏ। ਮੁਹਾਏ ਦਾ ਮਤਲਬ ਲੁੱਟੇ ਗਏ, ਭਾਵ ਜਿਹੜੇ ਤੇ ਮਾਇਆ ਦੇ ਹੱਲਿਆਂ ਤੋਂ ਜਾਗਦੇ ਰਹਿੰਦੇ ਨੇ, ਸੁਚੇਤ ਰਹਿੰਦੇ ਨੇ, ਗੁਰੂ ਦੀ ਬਾਣੀ ਨਾਲ ਸਾਂਝ ਪਾ ਕੇ ਰੱਖਦੇ ਨੇ, ਸੇ ਉਬਰੇ, ਉਹ ਮਾਇਆ ਦੇ ਹੱਲਿਆਂ ਤੋਂ ਬਚ ਜਾਂਦੇ ਨੇ, ਭਵਸਾਗਰ ਨੂੰ ਪਾਰ ਕਰ ਜਾਂਦੇ ਨੇ, ਇਸ ਮਨੁੱਖਾ ਜਨਮ ਨੂੰ ਸਫਲ ਕਰ ਜਾਂਦੇ ਨੇ। ਸੁੱਤੇ ਗਏ ਮੁਹਾਏ, ਤੇ ਜਿਹੜੇ ਮਾਇਆ ਦੀ ਮੋਹ ਦੀ ਨੀਂਦ ਸੁੱਤੇ ਰਹਿੰਦੇ ਨੇ, ਉਹ ਆਪਣਾ ਆਤਮਿਕ ਸਰਮਾਇਆ, ਆਤਮਿਕ ਪੂੰਜੀ ਲੁਟਾ ਕੇ ਇੱਥੋਂ ਜਾਂਦੇ ਨੇ। ਸੱਚਾ ਸ਼ਬਦ ਨਾ ਪਛਾਣਿਓ, ਸੁਪਨਾ ਗਿਆ ਵਿਹਾਏ। ਇਹੋ ਜਿਹੇ ਮਨੁੱਖ ਸਦਾ ਥਿਰ ਪਰਮਾਤਮਾ ਦੀ ਸਿਫਤ ਸਲਾਹ ਦੇ ਸ਼ਬਦ ਦੇ ਨਾਲ ਪਛਾਣ ਨਹੀਂ ਬਣਾਉਂਦੇ, ਉਹਦੀ ਕਦਰ ਨਹੀਂ ਕਰਦੇ, ਉਸ ਵੱਲ ਧਿਆਨ ਨਹੀਂ ਦਿੰਦੇ। ਸੁਪਨਾ ਗਿਆ ਵਿਹਾਏ, ਤੇ ਉਹਨਾਂ ਦਾ ਮਨੁੱਖਾ ਜਨਮ ਸੁਪਨੇ ਦੀ ਤਰ੍ਹਾਂ ਵਿਅਰਥ ਚਲਾ ਜਾਂਦਾ ਹੈ। ਸੁਣਿਏ ਘਰ ਕਾ ਪਾਹੁਣਾ, ਸੁਣਿਆ ਮੈਨੇ ਜਿਸ ਘਰ 'ਚ ਕੋਈ ਨਹੀਂ ਹੈਗਾ, ਉਜਾੜ ਹੈਗਾ। ਪਾਹੁਣਾ, ਪ੍ਰਾਹੁਣਾ। ਹੁਣ ਬੰਦਾ, ਅੱਜ ਤੇ ਚਲੋ ਫੋਨ ਹੈਗੇ ਨੇ, ਪਰ ਅਸੀਂ, ਮੈਨੂੰ ਯਾਦ ਹੈ, ਅਸੀਂ ਉਹ ਸਮਾਂ ਦੇਖਿਆ ਕਿ ਸਵੇਰੇ ਉੱਠਦੇ ਸੀ, ਗੇਟ ਖੜਕਦਾ ਸੀ, ਪਤਾ ਲੱਗਾ ਪਿੰਡ ਤੋਂ ਕੋਈ ਆਇਆ। ਉਦੋਂ ਫੋਨ ਹੁੰਦੇ ਨਹੀਂ ਸੀਗੇ, ਬੰਦੇ ਟ੍ਰੇਨ ਫੜ ਕੇ ਆ ਜਾਂਦੇ ਸੀਗੇ, ਕਿਸੇ ਨੇ ਦੁਬਈ ਜਾਣਾ ਜਾਂ ਕਿਸੇ ਨੇ ਕੋਈ ਵਿਆਹ ਆਇਆ, ਤੇ ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਅੱਗੇ ਗਾਂ ਤੋਂ ਗਾਂ ਪਿੰਡ ਦਾ ਕੋਈ ਜਾਣਕਾਰ ਬੰਦਾ ਜਿਹੜਾ ਹੈ ਉਹ ਸਾਡੇ ਇੱਦਾਂ ਆ ਜਾਂਦਾ ਸੀਗਾ। ਸੋ ਇੱਦਾਂ ਹੀ ਬੰਦੇ ਜਾਂਦੇ ਸੀਗੇ। ਉਦੋਂ ਕੋਈ ਪੁੱਛਦਾ ਥੋੜੀ ਸੀਗਾ ਵੀ ਤੁਸੀਂ ਘਰ ਹੈਗੇ, ਕਿਉਂਕਿ ਉਹ ਉਦੋਂ ਘਰ ਕਦੀ ਖਾਲੀ ਹੁੰਦਾ ਹੀ ਨਹੀਂ ਸੀਗਾ, ਪਰਿਵਾਰ ਸਾਂਝੇ ਹੁੰਦੇ ਸੀਗੇ। ਜੇ ਬੰਦਾ ਕਿਤੇ ਜਾਂਦਾ ਵੀ ਹੈ ਦੂਰ, ਤੇ ਘਰ ਦੂਜੇ ਮੈਂਬਰ ਅੱਧੇ ਵਾਰੀ ਜਾਂਦੇ ਸੀ, ਕਦੀ ਕੋਈ ਵਿਆਹ ਤੇ ਚਲ ਜਾਂਦਾ ਸੀ, ਕਦੀ ਕੋਈ ਵਿਆਹ ਤੇ, ਸੋ ਘਰ ਕੋਈ ਨਾ ਕੋਈ ਤੇ ਹੁੰਦਾ ਹੀ ਸੀਗਾ। ਹੁਣ ਬੰਦਾ ਪ੍ਰਾਹੁਣਾ ਭੁੱਖਾ ਤੇ ਆਇਆ, ਲੰਬੀ ਵਾਟ, ਲੰਬਾ ਪੈਂਡਾ ਕੱਟ ਕੇ ਆਇਆ, ਤੇ ਉਹ ਬੜੀ ਆਸ ਨਾਲ ਜਾਂਦਾ ਵੀ ਮੈਂ ਯਾਰ ਘਰ ਪਹੁੰਚਾਂਗਾ, ਜਾ ਕੇ ਇਸ਼ਨਾਨ ਪਾਣੀ ਕਰਾਂਗਾ, ਚਾਹ ਪਾਣੀ ਮਿਲੇਗਾ, ਪ੍ਰਸ਼ਾਦਾ ਪਾਣੀ ਛਕਾਂਗਾ, ਤੇ ਮੈਂ ਜਾ ਕੇ ਥੋੜਾ ਆਰਾਮ ਕਰਾਂਗਾ। ਪਰ ਕਹਿੰਦੇ ਪ੍ਰਾਹੁਣਾ ਆ ਜਾਵੇ ਤੇ ਘਰ ਸੁਣਨਾ, ਬਾਹਰ ਤਾਲਾ ਲੱਗਾ ਹੋਵੇ, ਤੇ ਉਹ ਨਿਰਾਸ਼ ਹੋ ਕੇ ਜਾਂਦਾ ਹੈ। ਸੋ ਇੱਕ ਮੁਹਾਵਰਾ ਹੈ, ਸੁਣਿਏ ਘਰ ਕਾ ਪਾਹੁਣਾ, ਜਿਉਂ ਆਇਆ ਤਿਉਂ ਜਾਏ। ਜਿਵੇਂ ਖਾਲੀ ਘਰ ਵਿੱਚ ਪ੍ਰਾਹੁਣਾ ਨਿਰਾਸ਼ ਹੋ ਕੇ ਜਾਂਦਾ ਹੈ, ਕਹਿੰਦਾ ਜਿਹੜਾ ਮਨੁੱਖ ਬਾਣੀ ਦੇ ਨਾਲ ਸਾਂਝ ਨਹੀਂ ਪਾਉਂਦਾ, ਬਾਣੀ ਨਹੀਂ ਪੜ੍ਹਦਾ, ਸਿਮਰਨ ਨਹੀਂ ਕਰਦਾ, ਕਹਿੰਦਾ ਉਹ ਵੀ ਇਸੇ ਤਰ੍ਹਾਂ ਜਗਤ ਤੇ ਆਇਆ ਤੇ ਨਿਰਾਸ਼ ਹੋ ਕੇ ਇਸ ਜਗਤ ਤੋਂ ਭੁੱਖਾ ਤੇ ਆਇਆ, ਚਲਾ ਗਿਆ, ਕੋਈ ਪ੍ਰਾਪਤੀ ਕਰਕੇ ਨਹੀਂ ਗਿਆ। ਮਨਮੁਖ ਜਨਮ ਬਿਰਥਾ ਗਿਆ, ਕਿਆ ਮੂੰਹ ਦੇਸੀ ਜਾਏ। ਦੇਸੀ ਮੈਨੇ ਦਵੇਗਾ, ਦਿਖਾਏਗਾ। ਕਹਿੰਦੇ ਮਨ ਦੇ ਮੁਰੀਦ, ਮਨ ਦੇ ਮਗਰ ਲੱਗਣ ਵਾਲੇ ਨੇ ਆਪਣਾ ਜਨਮ ਅਜਾਈਂ ਗਵਾ ਲਿਆ। ਇਹ ਭਾਈ ਦੱਸੋ ਉਹ ਅੱਗੇ ਜਾ ਕੇ ਕਿਹੜਾ ਮੂੰਹ ਦਿਖਾਏਗਾ, ਭਾਵ ਉਹਨੂੰ ਸ਼ਰਮਿੰਦਗੀ ਝੱਲਣੀ ਪਏਗੀ। ਅੱਗੇ ਗੁਰੂ ਸਾਹਿਬ ਇਸੀ ਗੱਲ ਨੂੰ ਹੋਰ ਢੰਗ ਨਾਲ ਕਹਿੰਦੇ ਨੇ, ਕਹਿੰਦੇ ਨਾਨਕ ਸੁੱਤੀ ਪਈ ਹੈ। ਪਈ ਹੈ ਮੈਨੇ ਪੇਕੇ ਘਰ ਵਿੱਚ। ਜਾਣ, ਜਾਣ ਮੈਨੇ ਸਮਝ। ਵਿਰਤੀ, ਵਿਰਤੀ ਦਾ ਸੰਧੀ ਛੇਦ ਕਰਨਾ ਹੈ, ਵੀ ਜਮਾ ਰਤੀ। ਰਤੀ ਮੈਨੇ ਰਾਤ, ਰਾਤ, ਤੇ ਵੀ ਜਿਹੜਾ ਹੈ ਉਹਦਾ ਕੀ ਬਣ ਗਿਆ, ਉਹਦਾ ਵਿਰੋਧੀ ਸ਼ਬਦ ਦਾ, ਉਹਨੂੰ ਵਿਰੋਧੀ ਅਰਥ ਕਰਨ ਵਾਲਾ ਬਣ ਗਿਆ, ਅਗੇਤਰ ਬਣ ਗਿਆ। ਸੋ ਰਤੀ ਦੇ ਅੱਗੇ ਵੀ ਲੱਗਾ, ਜਿਹਦੇ ਰਤੀ ਦੇ ਅਰਥ ਨੂੰ ਉਲਟਾ ਦਿੰਦਾ ਹੈ। ਸੋ ਰਤੀ ਮੈਨੇ ਰਾਤ, ਵੀ ਰਤੀ ਮੈਨੇ ਰਾਤ ਦਾ ਉਲਟ ਦਿਨ। ਸਨ ਮੈਨੇ ਸਨ ਲੱਗਣੀ, ਜਿੱਦਾਂ ਜਿਹਨੂੰ ਕਹਿੰਦੇ ਬ੍ਰੇਕ ਇਨਟੂ ਅ ਹਾਊਸ, ਜਦੋਂ ਚੋਰ ਚੋਰੀ ਕਰਦੇ ਨੇ ਤੇ ਉਹ ਸੰਨ ਲਾ ਕੇ ਫਿਰ ਚੋਰੀ ਕਰਦੇ ਨੇ। ਸੋ ਕਹਿਣ ਦਾ ਮਤਲਬ ਹੈ ਵਿਰਤੀ ਵਾਲੇ ਦਿਨ ਦਿਹਾੜੇ, ਕਹਿੰਦੇ ਨਾਨਕ ਸੁੱਤੀ ਪਈ ਹੈ। ਇਹ ਨਾਨਕ, ਜਿਹੜੀ ਜੀਵ ਇਸਤਰੀ ਆਪਣੇ ਪੇਕੇ ਘਰ ਵਿੱਚ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੀ ਰਹੀ, ਜਾਣ, ਸਮਝ, ਵਿਰਤੀ ਸਨ, ਉਹਦੇ ਘਰ ਨੂੰ, ਹਿਰਦੇ ਰੂਪੀ ਘਰ ਨੂੰ ਦਿਨ ਦਿਹਾੜੇ ਸੰਨ ਲੱਗ ਗਈ, ਭਾਵ ਉਹਦਾ ਆਤਮਿਕ ਖਜ਼ਾਨਾ ਵਿਕਾਰਾਂ ਵੱਲੋਂ ਲੁੱਟਿਆ ਗਿਆ। ਗੁਣਾ ਗਵਾਈ ਗੰਠੜੀ, ਉਹ ਜਿਹੜੀ ਗੁਣਾ ਦੀ ਪੰਡ ਲੈ ਕੇ ਆਈ ਸੀਗੀ, ਉਹਨੇ ਗਵਾ ਲਈ, ਤੇ ਅਵਗਣ ਚੱਲੀ ਬਨ, ਤੇ ਇੱਥੋਂ ਦੀ ਅਗਲੇ ਭਵਿੱਖ ਵਿੱਚ, ਪਰਲੋਕ ਵਿੱਚ, ਉਹ ਔਗੁਣਾ ਦੀ ਪੰਡ ਬਣ ਕੇ ਇੱਥੋਂ ਦੀ ਤੁਰ ਕੇ ਜਾਂਦੀ ਹੈ, ਜਿਹੜੀ ਜੀਵ ਇਸਤਰੀ ਮਾਇਆ ਦੀ ਮੋਹ ਦੀ ਨੀਂਦ ਵਿੱਚ ਸੁੱਤੀ ਰਹਿੰਦੀ ਹੈ। ਸੁੱਤੜੇ ਅਸੰਖ, ਮਾਇਆ ਝੂਠੀ ਕਾਰਨ ਹੈ। ਗੁਰੂ ਸਾਹਿਬ ਕਹਿੰਦੇ ਨੇ ਇੱਕ ਨਹੀਂ, ਅਸੰਖ, ਅਣਗਿਣਤ। ਇਸ ਝੂਠੀ ਮਾਇਆ ਦੀ ਖਾਤਰ ਅਣਗਿਣਤ ਲੋਕ ਮਾਇਆ ਦੀ ਮੋਹ ਦੀ ਨੀਂਦ ਸੁੱਤੇ ਪਏ ਨੇ, ਅਵੇਸਲੇ ਹੋਏ ਪਏ ਨੇ। ਨਾਨਕ ਸੇ ਜਾਗਨ, ਜੇ ਰਸਨਾ ਨਾਮ ਉਚਾਰਨੇ। ਹੇ ਨਾਨਕ, ਜਾਗਦੇ ਉਹੀ ਨੇ ਜਿਹੜੇ ਰਸਨਾ ਦੇ ਨਾਲ ਅਕਾਲ ਪੁਰਖ ਪਰਮਾਤਮਾ ਦਾ ਨਾਮ ਉਚਾਰਦੇ ਰਹਿੰਦੇ ਹਨ।
ਮ੍ਰਿਗ ਤ੍ਰਿਸ਼ਨਾ ਭੇਖ ਭੁੱਲਣੇ ਗੁੱਠੇ ਨਗਰ ਗੰਧਰਵ। ਜਿਵੇਂ ਮਿਰਗ ਤ੍ਰਿਸ਼ਨਾ ਨੂੰ ਦੇਖ ਕੇ, ਠਗਨੀਰਾ ਦੇਖ ਕੇ, ਮਿਰਾਜ ਦੇਖ ਕੇ ਜਿਹੜਾ ਹਿਰਨ ਹੈ ਭਟਕ ਭਟਕ ਕੇ ਆਪਣੀ ਜਾਨ ਗਵਾ ਬੈਠਦਾ ਹੈ, ਇਸੀ ਤਰ੍ਹਾਂ ਜਿਹੜੇ ਗੰਧਰਵ ਨਗਰੀ, ਇਹ ਝੂਠੀ ਨਗਰੀ, ਇਹ ਮਾਇਆ ਨਗਰੀ ਜਿਹੜੀ ਦਿਸਦੀ ਹੈ, ਉਹਦੇ ਨਾਲ ਸੰਬੰਧ ਜੋੜ ਲੈਂਦੇ ਨੇ, ਉਹ ਵੀ ਕੁਰਾਹੇ ਪੈ ਜਾਂਦੇ ਨੇ, ਰਾਹ ਤੋਂ ਭੁੱਲ ਜਾਂਦੇ ਨੇ, ਤੇ ਉਹ ਵੀ ਆਪਣਾ ਆਤਮਿਕ ਜੀਵਨ ਬਰਬਾਦ ਕਰ ਲੈਂਦੇ ਨੇ। ਪਰ ਜਿੰਨੀ ਸੱਚ ਅਰਾਧਿਆ ਨਾਨਕ ਮਨ ਤਨ ਫਬ। ਹੇ ਨਾਨਕ, ਜਿਨ੍ਹਾਂ ਨੇ ਸਦਾ ਥਿਰ ਪਰਮਾਤਮਾ ਨੂੰ ਅਰਾਧਿਆ, ਆਪਣੇ ਹਿਰਦੇ ਵਿੱਚ ਵਸਾਇਆ, ਉਹ ਮਨ ਕਰਕੇ ਵੀ ਤੇ ਤਨ ਕਰਕੇ ਵੀ ਫੱਬ ਗਏ, ਭਾਵ ਸੋਹਣੇ ਹੋ ਗਏ। ਉਹਨਾਂ ਦੇ ਮਨ ਵਿੱਚ ਵੀ ਤੇ ਤਨ ਵਿੱਚ ਵੀ ਸੁੰਦਰਤਾ ਨੇ, ਸੁਹੱਪਣ ਨੇ ਵਾਸਾ ਕਰ ਲਿਆ। ਫਿਰ ਕਹਿੰਦੇ ਦਿਨ ਤੇ ਸਰ ਪਰ ਪਉਸੀ ਰਾਤ। ਸਰ ਪਰ ਮੈਨੇ ਲਾਜ਼ਮੀ, ਇਹ ਕੁਦਰਤੀ ਵਰਤਾਰਾ ਹੈ, ਅਸੀਂ ਰੋਜ਼ ਹੁੰਦਾ ਦੇਖਦੇ ਹਾਂ। ਦਿਨ ਤੋਂ ਜ਼ਰੂਰ ਲਾਜ਼ਮੀ ਤੌਰ ਤੇ ਰਾਤ ਪਵੇਗੀ। ਰਹਿਤ ਗਈ ਫਿਰ ਹੋਏ ਪ੍ਰਭਾਤ। ਰਾਤ ਚਲੀ ਗਈ ਤੇ ਮੁੜ ਕੇ ਪ੍ਰਭਾਤ ਸਵੇਰ ਹੋਏਗੀ। ਭਾਵ ਸਮੇਂ ਦਾ ਦੌਰ ਚੱਲੀ ਜਾਂਦਾ ਹੈ, ਉਮਰ ਛਿਨ ਛਿਨ ਕਰਕੇ ਘਟਦੀ ਜਾਂਦੀ ਹੈ। ਮਾਇਆ ਮੋਹ ਸੋਏ ਰਹੇ ਅਪਾਗੇ। ਇਹੋ ਜਿਹੇ ਮਨੁੱਖ ਜੋ ਸਮੇਂ ਦੀ ਰਫ਼ਤਾਰ ਨੂੰ ਪਛਾਣਦੇ ਨਾ ਹੋਏ, ਮਾਇਆ ਦੀ ਮੋਹ ਦੀ ਨੀਂਦ ਵਿੱਚ ਸੁੱਤੇ ਰਹਿੰਦੇ ਨੇ, ਉਹ ਕਿੰਨੇ ਬਦਕਿਸਮਤ ਨੇ, ਕਿੰਨੇ ਅਭਾਗੇ ਨੇ, ਕਿੰਨੇ ਮੰਦਭਾਗੇ ਨੇ। ਗੁਰ ਪ੍ਰਸਾਦ ਕੋ ਵਿਰਲਾ ਜਾਗੇ। ਕੋਈ ਵਿਰਲਾ ਭਾਗਾਂ ਵਾਲਾ ਗੁਰੂ ਦੀ ਕਿਰਪਾ ਦੁਆਰਾ ਇਸ ਮਾਇਆ ਦੀ ਮੋਹ ਦੀ ਨੀਂਦ ਵਿੱਚੋਂ ਜਾਗਦਾ ਹੈ। ਮਾਇਆ ਮੋਹ ਇਹ ਜਗ ਸੁੱਤਾ। ਮੋਹ ਦੇ ਹਾਹੇ ਨੂੰ ਸਿਹਾਰੀ ਹੈ। ਇਹਦੇ ਦੋ ਉਚਾਰਨ ਹੋਣਗੇ। ਜਦੋਂ ਇਹਦਾ ਮਤਲਬ ਹੈ ਮੋਹੇ, ਮੈਨੂੰ, ਫਿਰ ਇਹਨੂੰ ਬੋਲਣਾ ਮੋਹੇ। ਜਦੋਂ ਇਹ ਮੋਹ ਵਿੱਚ, ਫਿਰ ਹੈਗਾ ਹਾਹੇ ਨੂੰ ਸਿਹਾਰੀ, ਮੋਹ। ਸੋ ਸਪੈਲਿੰਗ ਦੋਨਾਂ ਦੇ ਇਦਾਂ ਹੀ ਹੈ, ਮੰਮੇ ਨੂੰ ਹੋੜਾ ਹਾਹੇ ਨੂੰ ਸਿਹਾਰੀ। ਜਦੋਂ ਮੋਹ ਵਿੱਚ ਅਰਥ ਹੈਗਾ ਫਿਰ ਬੋਲਣਾ ਮੋਹ, ਤੇ ਜਦੋਂ ਆਣਾ ਮੈਨੂੰ ਫਿਰ ਕਹਿਣਾ ਮੋਹੇ। ਠੀਕ ਹੈ, ਐਸੀ ਕਿਰਪਾ ਮੋਹੇ ਕਰੋ, ਵੀ ਮੇਰੇ ਤੇ ਇਹੋ ਜਿਹੀ ਕਿਰਪਾ ਕਰੋ। ਠੀਕ ਹੈ ਨਾ। ਸੋ ਇਹ ਗੱਲ ਪੜ੍ਹ ਕੇ ਬੜੀ ਸਪਸ਼ਟ ਹੋ ਜਾਂਦੀ ਹੈ। ਇਹਦੇ ਲਈ ਕੋਈ ਬਹੁਤ ਜ਼ਿਆਦਾ ਵਿਦਵਤਾ ਦੀ ਲੋੜ ਨਹੀਂ ਹੈਗੀ, ਸਿੱਧਾ ਸਪਸ਼ਟ ਹੋ ਜਾਂਦਾ ਹੈ। ਸੋ ਮਾਇਆ ਮੋਹ ਇਹ ਜਗ ਸੁੱਤਾ। ਇਹ ਸੰਸਾਰ ਮਾਇਆ ਦੇ ਮੋਹ ਵਿੱਚ ਸੁੱਤਾ ਹੋਇਆ ਹੈ। ਨਾਮ ਵਿਸਾਰ ਅੰਤ ਵਿਗੁੱਤਾ। ਤੇ ਓੜਕ ਅੰਤ ਨੂੰ, ਨਾਮ ਨੂੰ ਵਿਸਾਰ ਕੇ ਇਹ ਖੁਆਰ ਹੀ ਹੁੰਦਾ ਹੈ। ਜਿਸ ਤੇ ਸੁੱਤਾ ਸੋ ਜਾਗਾਏ। ਜਿਸ ਪਰਮਾਤਮਾ ਦੇ ਹੁਕਮ ਵਿੱਚ ਇਹ ਸੁੱਤਾ ਹੈ, ਉਹ ਆਪ ਹੀ ਜਗਾਉਂਦਾ ਹੈ ਕਿਰਪਾ ਕਰਕੇ। ਤੇ ਜਗਾਉਂਦਾ ਕਿੱਦਾਂ ਹੈ? ਗੁਰਮਤਿ ਸੋਝੀ ਪਾਵਣਿਆ। ਉਹ ਗੁਰੂ ਦੀ ਮੱਤ ਬਖਸ਼ ਕੇ, ਗੁਰੂ ਨਾਲ ਜੋੜ ਕੇ ਇਹ ਸੋਝੀ, ਇਹ ਸਮਝ, ਇਹ ਸਿਆਣਪ, ਸੂਝ-ਬੂਝ ਬਖਸ਼ਦਾ ਹੈ। ਅਪਿਓ ਪੀਐ ਸੋ ਭਰਮ ਗਵਾਏ। ਸੋ ਗੁਰੂ ਦੀ ਮੱਤ ਨਾਲ ਜੁੜ ਕੇ, ਅਪਿਓ ਮੈਨੇ ਅੰਮ੍ਰਿਤ, ਆਤਮਿਕ ਜੀਵਨ ਦੇਣ ਵਾਲਾ ਨਾਮ ਅੰਮ੍ਰਿਤ, ਪੀਐ ਸੋ ਭਰਮ ਗਵਾਏ। ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਪੀਂਦਾ ਹੈ, ਉਹ ਫਿਰ ਮਾਇਆ ਦੀ ਭਟਕਣਾ ਨੂੰ ਆਪਣੇ ਜੀਵਨ ਚੋਂ ਖਤਮ ਕਰ ਲੈਂਦਾ ਹੈ। ਗੁਰ ਪ੍ਰਸਾਦ ਮੁਕਤ ਗਤ ਪਾਏ। ਗੁਰੂ ਦੀ ਕਿਰਪਾ ਦੁਆਰਾ ਉਹ ਮਾਇਆ ਤੋਂ, ਮਾਇਆ ਦੀ ਕੈਦ ਤੋਂ ਮੁਕਤੀ ਪਾ ਲੈਂਦਾ ਹੈ। ਗਤ ਪਾਏ, ਗਤ ਵਿੱਚ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਭਗਤੀ ਰੱਤਾ ਸਦ ਬੈਰਾਗੀ। ਭਗਤੀ ਚ ਰੰਗਿਆ ਜਾਂਦਾ ਹੈ ਤੇ ਵੈਰਾਗੀ ਹੋ ਜਾਂਦਾ ਹੈ। ਭਾਵ ਮਾਇਆ ਦੀ ਪਕੜ ਤੋਂ, ਮਾਇਆ ਦੇ ਬੰਧਨਾਂ ਤੋਂ ਉਤਾਂਹ ਹੋ ਜਾਂਦਾ ਹੈ। ਆਪ ਮਾਰ ਮਿਲਾਵਣਿਆ। ਆਪ ਦੇ ਪੱਪੇ ਨੂੰ ਔਂਕੜੇ, ਭਾਵ ਆਪਣਤ, ਹਉਮੈ ਨੂੰ ਮਾਰ ਕੇ ਆਪਣੇ ਆਪ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਮਿਲਾ ਲੈਂਦਾ ਹੈ। ਅਗਿਆਨ ਲਾਏ ਸਵਾਲਿਆ। ਗੁਰ ਗਿਆਨੈ ਲਾਏ ਜਗਾਵੈ ਗੋ। ਨਾਨਕ ਭਾਣੈ ਆਪਣੈ ਜਿਉ ਭਾਵੈ ਤਿਵੈ ਚਲਾਵੈ ਗੋ। ਹੇ ਨਾਨਕ, ਜਿਵੇਂ ਵਾਹਿਗੁਰੂ ਨੂੰ ਪਾਉਂਦਾ ਹੈ, ਉਸੀ ਤਰ੍ਹਾਂ ਉਹ ਇਸ ਬ੍ਰਹਿਮੰਡ ਦੀ, ਇਸ ਜਗਤ ਦੀ ਕਾਰ ਚਲਾਉਂਦਾ ਹੈ। ਆਪਣੇ ਭਾਣੇ ਵਿੱਚ ਹੀ, ਆਪਣੀ ਰਜ਼ਾ ਵਿੱਚ ਹੀ ਉਹ ਪ੍ਰਾਣੀ ਨੂੰ ਅਗਿਆਨਤਾ ਦੇ ਨਾਲ ਲਾ ਕੇ ਮਾਇਆ ਦੀ ਮੋਹ ਦੀ ਨੀਂਦ ਵਿੱਚ ਸੁਲਾ ਦਿੰਦਾ ਹੈ, ਤੇ ਆਪਣੇ ਭਾਣੇ ਵਿੱਚ ਹੀ ਗੁਰੂ ਦਾ ਗਿਆਨ ਬਖਸ਼ ਕੇ ਇਸ ਮਾਇਆ ਦੀ ਮੋਹ ਦੀ ਨੀਂਦ ਵਿੱਚੋਂ ਜਗਾ ਦਿੰਦਾ ਹੈ। ਇਹਦੇ ਵਿੱਚ ਸਾਡੀ ਕੋਈ ਚਤੁਰਾਈ, ਕੋਈ ਹੀਲਾ ਵਸੀਲਾ ਕੰਮ ਨਹੀਂ ਕਰ ਸਕਦਾ। ਸੋ ਰਾਹ ਇਹ ਹੈ ਕਿ ਆਪਣੇ ਆਪ ਨੂੰ ਨਿਮਾਣੇ ਜਾਣ ਕੇ, ਨਿਤਾਣੇ ਜਾਣ ਕੇ ਗੁਰੂ ਦੀ ਸ਼ਰਨ ਵਿੱਚ ਲਿਆਇਆ ਜਾਵੇ। ਜੋ ਦਿਨ ਆਵੇਂ ਸੋ ਦਿਨ ਜਾਹੀ। ਇਹ ਭਾਈ, ਜਿਹੜੇ ਦਿਨ ਆਉਂਦੇ ਨੇ ਉਹ ਦਿਨ ਜਾਈ ਜਾਂਦੇ ਨੇ। ਭਾਵ ਸਮਾਂ ਲੰਘੀ ਜਾ ਰਿਹਾ ਹੈ। ਭਾਵੇਂ ਕੁਝ ਕਰੀਏ, ਭਾਵੇਂ ਨਾ ਕਰੀਏ, ਭਾਵੇਂ ਚੰਗਾ ਕਰੀਏ, ਭਾਵੇਂ ਮੰਦਾ ਕਰੀਏ,
ਸਮੇਂ ਦੀ ਸੂਈ ਜਿਹੜੀ ਹੈ, ਸਮੇਂ ਦੀ ਰਫ਼ਤਾਰ ਜਿਹੜੀ ਹੈ ਉਹ ਨਿਰਵਿਘਨ ਚੱਲੀ ਹੀ ਜਾਂਦੀ ਹੈ। ਤੇ ਕਹਿੰਦੇ ਕਰਨਾ ਕੂਚ ਰਹਿਣ ਥਿਰ ਨਾਹੀਂ। ਇੱਥੇ ਸਾਡਾ ਰਹਿਣਾ, ਇਸ ਧਰਤੀ ਤੇ ਵਸੇਬਾ ਹਮੇਸ਼ਾ ਦਾ ਨਹੀਂ। ਇੱਕ ਦਿਨ ਇੱਥੋਂ ਦੀ ਡਿਪਾਰਚਰ ਹੋਣਾ ਹੀ ਹੋਣਾ ਹੈ, ਕੂਚ ਹੋਣਾ ਹੀ ਹੋਣਾ ਹੈ। ਸੰਗ ਚਲਤਾ ਹੈ ਹਮ ਵੀ ਚਲਣਾ। ਸਾਡੇ ਸੰਗੀ ਸਾਥੀ ਚਲੇ ਗਏ, ਅਸੀਂ ਵੀ ਜਾਣਾ ਹੈ। ਦੂਰ ਗਵਨ, ਸਾਡੀ ਇਹ ਮੁਸਾਫਰੀ ਬੜੀ ਦੂਰ ਦੀ ਹੈ। ਇਹ ਇੱਕ ਮੁਹਾਵਰੇ ਦੇ ਤੌਰ ਤੇ ਕਿਹਾ ਕਿ ਜਿਵੇਂ ਦੂਰ ਜਾਣਾ ਹੋਵੇ ਤੇ ਉਹਦੀ ਤਿਆਰੀ, ਫਿਰ ਉਹਦੀ ਪਲਾਨਿੰਗ ਲੰਬੀ ਹੁੰਦੀ ਹੈ। ਤੇ ਇਹਨੂੰ ਡੂੰਗਰਵਾਟ ਵੀ ਕਿਹਾ ਹੈ, ਅਵਗੜ ਘਾਟੀ ਵੀ ਕਿਹਾ ਹੈ। ਤੇ ਇਹਦੇ ਲਈ ਤਿਆਰੀ ਕਿਹੜੀ ਹੈ? ਉਹ ਸੇਵਾ ਸਿਮਰਨ ਦੀ, ਸੰਗਤ ਦੀ, ਉਹ ਅਸੀਂ ਕਰਦੇ ਨਹੀਂ। ਸੋ ਦੂਰ ਗਵਨ, ਮੁਸਾਫਰੀ ਦੂਰ ਦੀ ਹੈ, ਸਿਰ ਉੱਪਰ ਮਰਨਾ। ਤੇ ਜੋ ਮਰਨਾ ਹੈ, ਜੋ ਮੌਤ ਹੈ, ਉਹ ਸਿਰ ਉੱਤੇ ਹਰ ਵੇਲੇ ਟਿਕਿਆ ਹੋਇਆ ਹੈ। ਭਾਵ ਕਦੋਂ ਸੱਦਾ ਆ ਜਾਏ ਇਹਦੇ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ। ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਨਾ ਸਾਨੂੰ ਮੋਹਲਤ ਦਾ ਪਤਾ ਹੈ ਤੇ ਨਾ ਉਸ ਮੂਰਤ ਦਾ ਪਤਾ ਹੈ। ਇਸ ਕਰਕੇ ਕਹਿੰਦੇ ਕਿਆ ਤੂੰ ਸੋਇਆ ਜਾਗ ਇਆਨਾ। ਹੇ ਇਆਣੇ, ਹੇ ਅਣਜਾਣ, ਹੇ ਅਗਿਆਨੀ ਮਨੁੱਖ, ਜਾਗ, ਹੋਸ਼ ਕਰ। ਕਿਆ ਤੂੰ ਸੋਇਆ, ਤੂੰ ਕਿਉਂ ਸੁੱਤਾ ਹੋਇਆ ਹੈ? ਤੇ ਉਹ ਨੀਂਦ ਕਾਹਦੀ ਹੈ? ਤੈਂ ਜੀਵਨ ਜਗ, ਜਗ ਦੇ ਗੱਗੇ ਨੂੰ ਸਿਹਾਰੀ ਹੈ ਵੀ ਇਸ ਜਗਤ ਵਿੱਚ ਤੂੰ ਇਸ ਜੀਵਨ ਨੂੰ, ਆਪਣੇ ਵਸੇਬੇ ਨੂੰ ਸੱਚ ਕਰ ਜਾਣਾ। ਤੂੰ ਸਦਾ ਇੱਥੇ ਰਹਿਣ ਵਾਲਾ ਸਮਝ ਲਿਆ ਹੈ। ਭਾਵ ਤੂੰ ਇਹ ਗੱਲ ਬਿਲਕੁਲ ਵਿਸਾਰ ਦਿੱਤੀ ਹੈ ਕਿ ਤੂੰ ਇੱਥੋਂ ਦੀ ਇੱਕ ਦਿਨ ਚਲੇ ਜਾਣਾ ਹੈ। ਇਸ ਨੀਂਦ ਵਿੱਚੋਂ ਜਾਗ। ਜਾਗ ਰੇ ਮਨ ਜਾਗਣ ਹਾਰੇ। ਹੇ ਮੇਰੇ ਜਾਗਣ ਜੋਗੇ ਮਨ, ਜਾਗ। ਮਨ ਨੂੰ ਪ੍ਰੇਰਨਾ ਕੀਤੀ ਹੈ। ਤੇ ਜਾਗ ਕੇ ਕੀ ਸਮਝ? ਉਹ ਜਾਗ ਕੇ ਕੀ ਸਮਝਣਾ ਹੈ? ਅਵੇਸਲਾਪਨ ਕਿਸ ਗੱਲ ਦਾ ਹੈ? ਕਹਿੰਦੇ ਬਿਨ ਹਰ ਅਵਰ ਨਾ ਆਵਸ ਕਾਮਾ। ਅਕਾਲ ਪੁਰਖ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਹੋਰ ਸ਼ੈ ਤੇਰੇ ਕੰਮ ਨਹੀਂ ਆਏਗੀ। ਝੂਠਾ ਮੋਹ ਮਿਥਿਆ ਪਸਾਰੇ ਰਹਾਓ। ਇਹ ਜਗਤ ਦਾ, ਕੁਟੁੰਬ ਦਾ ਮੋਹ ਝੂਠਾ ਹੈ। ਇਹ ਪਦਾਰਥਾਂ ਦਾ, ਮਾਇਆ ਦਾ ਪਸਾਰਾ ਨਾਸ਼ਵਾਨ ਹੈ। ਗੁਰ ਕੀ ਬਾਣੀ ਸਿਉ ਰੰਗ ਲਾਏ। ਹੇ ਭਾਈ, ਗੁਰੂ ਦੀ ਬਾਣੀ ਦੇ ਨਾਲ ਪਿਆਰ ਪਾ। ਗੁਰ ਕਿਰਪਾਲ ਹੋਏ ਦੁੱਖ ਜਾਏ। ਇਹਦੇ ਨਾਲ ਗੁਰੂ ਦੀ ਕਿਰਪਾ ਦਾ ਪਾਤਰ ਬਣੇਗਾ। ਤੇ ਜੇ ਗੁਰੂ ਦੀ ਕਿਰਪਾ ਦਾ ਪਾਤਰ ਬਣੇਗਾ, ਤੇਰੇ ਜੀਵਨ ਵਿੱਚੋਂ ਦੁੱਖ ਚਲਾ ਜਾਏਗਾ। ਗੁਰ ਬਿਨ ਦੂਜਾ ਨਾਹੀ ਥਾਉ। ਸੁਖ ਦਾ ਤੇ ਮਾਇਆ ਦੀ ਮੋਹ ਦੀ ਨੀਂਦ ਵਿੱਚੋਂ ਜਗਾਉਣ ਦਾ ਦੂਜੀ ਹੋਰ ਕੋਈ ਜੁਗਤੀ ਨਹੀਂ ਹੈ, ਦੂਜਾ ਹੋਰ ਕੋਈ ਟਿਕਾਣਾ ਨਹੀਂ ਹੈ। ਗੁਰ ਬਿਨ ਦੂਜਾ ਨਾਹੀ ਥਾਉ। ਗੁਰ ਦਾਤਾ ਗੁਰੂ ਦੇਵੈ ਨਾਉ। ਗੁਰੂ ਹੀ ਨਾਮ ਦਾ ਦਾਤਾ ਹੈ ਤੇ ਗੁਰੂ ਹੀ ਉਸ ਨਾਮ ਦੀ ਦਾਤ ਨੂੰ ਦਿੰਦਾ ਹੈ। ਰਾਜਨ ਕਿਉਂ ਸੋਇਆ ਤੂੰ ਨੀਂਦ ਭਰੇ। ਦੇਖੋ ਗੁਰੂ ਸਾਹਿਬ ਨੇ ਮਨੁੱਖ ਨੂੰ ਕਿੰਨੀ ਵਡਿਆਈ ਦਿੱਤੀ ਹੈ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਹਾਰੀ। ਸਾਰੀ ਜੂਨਾਂ ਤੇਰੀ ਸੇਵਾ ਚ ਲੱਗੀਆਂ ਤੇ ਤੂੰ ਸਾਰੀ ਜੂਨਾਂ ਦਾ ਸਰਦਾਰ ਹੈ, ਰਾਜਾ ਹੈ। ਇਹ ਇਸ ਧਰਤੀ ਦੇ ਰਾਜਾ, ਸਾਰੀ ਜੂਨੀਆਂ ਦੇ ਰਾਜਾ, ਕਿਉਂ ਸੋਇਆ ਤੂੰ ਨੀਂਦ ਭਰੇ। ਇਸ ਭਰਮੀ ਨੀਂਦ ਵਿੱਚ, ਇਸ ਗੂੜੀ ਨੀਂਦ ਵਿੱਚ ਕਿਉਂ ਸੁੱਤਾ ਹੋਇਆ ਰਾਜਾ। ਜਾਗਤ ਕਤ ਨਾਹੀ ਰਾਮ। ਤੂੰ ਕਿਉਂ ਨਹੀਂ ਜਾਗਦਾ। ਮਾਇਆ ਝੂਠ ਰੁਦਨ ਕੇਤੇ ਬਿਲ ਲਾਹੀ ਰਾਮ। ਇਸ ਮਾਇਆ ਦੀ ਖਾਤਰ ਝੂਠੇ ਰੋਣੇ ਰੁੰਦੇ ਕਿੰਨੇ ਹੀ ਲੋਕ ਬਿਲਲਾ ਰਹੇ ਨੇ, ਪੁਰਲਾ ਰਹੇ ਨੇ, ਖੁਆਰ ਹੋ ਰਹੇ ਨੇ। ਬਿਲਲਾਹੇ ਕੇਤੇ ਮਹਾਮੋਹਨ। ਇਸ ਡਾਢੀ ਮਨ ਨੂੰ ਮੋਹ ਲੈਣ ਵਾਲੀ ਮਾਇਆ ਦੀ ਖਾਤਰ ਕਿੰਨੇ ਹੀ ਲੋਕ ਤਰਲੇ ਰਹਿ ਰਹੇ ਨੇ, ਹੀਲੇ ਵਸੀਲੇ ਕਰ ਰਹੇ ਨੇ, ਵਿਲਕ ਲੈ ਰਹੇ ਨੇ। ਕਾਹਦੇ ਲਈ? ਵੀ ਸਾਨੂੰ ਮਾਇਆ ਮਿਲੇਗੀ ਤੇ ਅਸੀਂ ਇਹਦੇ ਸੁੱਖ ਭੋਗਾਂਗੇ, ਸਾਡਾ ਜੀਵਨ ਵਧੀਆ ਹੋ ਜਾਏਗਾ। ਪਰ ਗੁਰੂ ਸਾਹਿਬ ਕਹਿੰਦੇ ਬਿਨ ਨਾਮ ਹਰ ਕੇ ਸੁਖ ਨਹੀਂ। ਪਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਸੁਖ ਨੇੜੇ ਵੀ ਨਹੀਂ ਆਉਂਦਾ। ਸਹਿਸ ਸਿਆਣਪ ਉਪਾਵ ਥਾਕੇ। ਸਹਿਸ ਮਨੇ ਹਜ਼ਾਰ, ਸਿਆਣਪਾਂ ਉਪਾਵ, ਚੁਸਤੀਆਂ ਚਲਾਕੀਆਂ ਹਜ਼ਾਰਾਂ, ਹੀਲੇ ਵਸੀਲੇ ਉਪਾਵ ਕਰ ਕਰਕੇ ਜਗਤ ਥੱਕ ਗਿਆ। ਜੈ ਭਾਵਤ ਤਹਿ ਜਾਹੀ। ਜਿੱਥੇ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ, ਜੀਵ ਉੱਥੇ ਹੀ ਜਾਂਦੇ ਹਨ। ਭਾਵ ਪਰਮਾਤਮਾ ਦੇ ਹੁਕਮ ਤੋਂ ਆਕੀ ਨਹੀਂ ਹੋਇਆ ਜਾ ਸਕਦਾ। ਆਦ ਅੰਤੇ ਮਧ ਪੂਰਨ। ਜਗਤ ਦੇ ਸ਼ੁਰੂ ਵਿੱਚ ਵੀ, ਹੁਣ ਵੀ ਤੇ ਜਗਤ ਦੇ ਅੰਤ ਤੋਂ ਬਾਅਦ ਵੀ। ਭਾਵ ਹਰ ਵੇਲੇ, ਹਰ ਯੁੱਗ ਵਿੱਚ, ਹਰ ਸਮੇਂ ਵਿੱਚ ਉਹ ਅਕਾਲ ਪੁਰਖ ਪੂਰਨ ਹੈ, ਸਰਵ ਵਿਆਪਕ ਹੈ, ਸਰਬੱਤਰ ਹਰ ਥਾਂ ਤੇ ਹੈ। ਘਟ ਘਟ ਆਹੀ ਹਰ ਇੱਕ ਹਿਰਦੇ ਵਿੱਚ ਹੈ। ਬਿਨਵੰਤ ਨਾਨਕ ਜਿਨ ਸਾਧ ਸੰਗਮ।
ਸੇ ਪਤ ਸੇਤੀ ਕਰ ਜਾਏ। ਨਾਨਕ ਬੇਨਤੀ ਕਰਦਾ ਹੈ, ਜਿਨ੍ਹਾਂ ਨੇ ਗੁਰੂ ਸਾਧੂ ਦੀ ਸੰਗਤ ਕੀਤੀ ਉਹ ਫਿਰ ਉਸ ਪਰਮਾਤਮਾ ਨਾਲ ਜੋ ਸਾਡੇ ਹਿਰਦੇ ਵਿੱਚ ਹੀ ਬੈਠਾ ਹੈ, ਜੋ ਜਲ ਥਲ ਮੇਲ ਪੂਰਿਆ ਹੈ, ਉਹਦੇ ਨਾਲ ਉਹਨਾਂ ਦੀ ਸਾਂਝ ਬਣ ਜਾਂਦੀ ਹੈ ਤੇ ਫਿਰ ਉਹ ਇੱਜ਼ਤ ਦੇ ਨਾਲ ਆਪਣੇ ਘਰ ਸੁਰਖਰੂ ਹੋ ਕੇ ਜਾਂਦੇ ਹਨ। ਮਨ ਰੇ ਛੋੜ, ਮਨ ਰੇ ਤ੍ਰੈ ਗੁਣ ਛੋੜ, हे ਮੇਰੇ ਮਨ ਮਾਇਆ ਦੇ ਤ੍ਰੈ ਗੁਣਾਂ ਦੇ ਜੰਜਾਲ ਨੂੰ ਛੱਡ, ਚੌਥੇ ਚਿਤ ਲਾਏ, ਇਹਨਾਂ ਤੋਂ ਉੱਪਰ ਉੱਠ ਤੇ ਉਹਦੇ ਨਾਲ ਆਪਣਾ ਚਿੱਤ ਜੋੜ। ਭਾਵ ਸਿਮਰਨ ਵਾਲੇ ਪਾਸੇ ਲੱਗ। ਇਹ ਹੋਰ ਦਾਨ ਪੁੰਨ ਜੰਤਰ ਮੰਤਰ ਤੇ ਹੋਰ ਹੀਲੇ ਵਸੀਲੇ ਇਹਨਾਂ ਚੱਕਰਾਂ ਵਿੱਚ ਨਾ ਪੈ। ਜਿਹੜੇ ਰਜੋਗੁਣ ਤਮੋਗੁਣ ਸਤੋਗੁਣ ਨੇ, ਇਹਨਾਂ ਤੋਂ ਉਤਾਂਹ ਉੱਠ ਕੇ ਆਪਣੀ ਹਉਮੈ ਨੂੰ ਤਿਆਗ ਕੇ ਉਸ ਪਰਮਾਤਮਾ ਦੇ ਨਾਲ ਇਕਮਿਕ ਹੋ। ਹਰ ਜੀਉ ਤੇਰੇ ਮਨ ਵਸੈ ਭਾਈ, ਸਦਾ ਹਰ ਕੇ ਗੁਣ ਗਾਏ। ਉਹ ਵਾਹਿਗੁਰੂ ਤੇਰੇ ਮਨ ਵਿੱਚ ਹੀ ਹੈ, ਇਸ ਕਰਕੇ ਸਦਾ ਉਸ ਅਕਾਲ ਪੁਰਖ ਦੇ ਗੁਣ ਗਾਉਂਦਾ ਰਹਿ। ਨਾਮੈ ਤੇ ਸਭ ਉਪਜੇ, ਸਾਰੇ ਹੀ ਜੀਵ ਪ੍ਰਫੁੱਲਿਤ ਹੁੰਦੇ ਨੇ ਨਾਮ ਤੋਂ ਹੀ। ਭਾਵ ਆਤਮਿਕ ਜੀਵਨ ਜੇ ਕੋਈ ਮਿਲਦਾ ਹੈ ਤੇ ਨਾਮ ਤੋਂ ਹੀ ਮਿਲਦਾ ਹੈ। ਨਾ ਹੀ ਵਿਸਾਰਿਆ ਮਰ ਜਾਏ, ਤੇ ਨਾਮ ਨੂੰ ਵਿਸਾਰ ਕੇ ਆਤਮਿਕ ਮੌਤ ਹੋ ਜਾਂਦੀ ਹੈ। ਅਗਿਆਨੀ ਜਗਤ ਅੰਧ ਹੈ, ਅਗਿਆਨੀ ਹੋਇਆ ਮਨ ਗੁਰੂ ਦੇ ਗਿਆਨ ਤੋਂ ਸਖਣਾ ਹੋਇਆ ਜਗਤ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਪਿਆ। ਭਾਈ ਸੁੱਤੇ ਗਏ ਮੁਹਾਏ, ਤੇ ਇਸ ਤਰ੍ਹਾਂ ਮਾਇਆ ਦੇ ਮੋਹ ਵਿੱਚ ਸੁੱਤੇ ਹੋਏ ਲੋਕ ਠੱਗੇ ਜਾ ਰਹੇ ਹਨ, ਆਤਮਿਕ ਸਰਮਾਇਆ ਲੁਟਾਈ ਜਾ ਰਹੇ ਹਨ। ਗੁਰਮੁਖ ਜਾਗੇ ਸੇ ਉਬਰੇ ਭਾਈ, ਇਹ ਭਾਈ ਜਿਹੜੇ ਗੁਰੂ ਦੇ ਸਨਮੁਖ ਹੁੰਦੇ ਨੇ ਉਹਨਾਂ ਨੂੰ ਜਾਗ ਆ ਜਾਂਦੀ ਹੈ, ਉਹ ਮਾਇਆ ਦੇ ਹੱਲਿਆਂ ਤੋਂ ਬਚ ਜਾਂਦੇ ਨੇ। ਭਵਜਲ ਪਾਰ ਉਤਾਰ, ਤੇ ਗੁਰੂ ਉਹਨਾਂ ਨੂੰ ਇਸ ਭਵ ਸਾਗਰ ਤੋਂ ਪਾਰ ਉਤਾਰ ਕਰ ਦਿੰਦਾ ਹੈ, ਉਹਨਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ। ਜਗ ਮੈਂ ਲਾਹਾ ਹਰ ਨਾਮ ਹੈ ਭਾਈ, ਹਿਰਦੈ ਰੱਖਿਆ ਉਰਤਾਰ। ਗੁਰਮੁਖਾਂ ਨੂੰ ਫਿਰ ਇਹ ਸੋਝੀ ਹੋ ਜਾਂਦੀ ਹੈ ਕਿ ਇਸ ਜਗਤ ਵਿੱਚ ਅਗਰ ਲਾਹੇਵੰਦ ਕੋਈ ਸੌਦਾ ਹੈ, ਅਗਰ ਮੁਨਾਫਾ ਕਮਾਉਣ ਦਾ ਕੋਈ ਵਪਾਰ ਹੈ, ਤੇ ਉਹ ਪਰਮਾਤਮਾ ਦਾ ਨਾਮ ਹੀ ਹੈ। ਤੇ ਇਸ ਕਰਕੇ ਉਹ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਸਦਾ ਉਰ ਮਨੇ ਹਿਰਦਾ ਧਾਰਨ ਟਿਕਾ ਕੇ ਰੱਖਦੇ ਹਨ, ਵਸਾ ਕੇ ਰੱਖਦੇ ਹਨ। ਗੁਰਮੁਖ ਜਾਗ ਰਹੇ ਦਿਨ ਰਾਤੀ, ਉਹਦੇ ਕੋਲ ਦਿਨ ਰਾਤੀ ਜਦੋਂ ਸਾਫ਼ ਪਤਾ ਲੱਗਦਾ ਵੀ ਇਹ ਜਾਗਣਾ ਕਿਹੜਾ ਹੈਗਾ। ਇੱਕ ਤੇ ਅਸੀਂ ਪਹਿਲੇ ਸ਼ੁਰੂ 'ਚ ਗੱਲ ਕੀਤੀ, ਇੱਕ ਹੈ ਕਿ ਅੱਖਾਂ ਮੀਟ ਕੇ ਜਿਹੜਾ ਅਸੀਂ ਰਾਤੀ ਸੌਂਦੇ ਹਾਂ, ਤੇ ਇਹ ਨੀਂਦ ਦੀ ਗੱਲ ਹੋ ਰਹੀ ਹੈ ਜਿਹੜੀ ਮਾਇਆ ਦੇ ਮੋਹ ਦੀ ਨੀਂਦ ਦੀ ਗੱਲ ਹੈ। ਸੋ ਗੁਰਮੁਖ ਜਾਗ ਰਹੇ ਦਿਨ ਰਾਤੀ, ਗੁਰੂ ਦੇ ਸਨਮੁਖ ਰਹਿਣ ਵਾਲੇ ਦਿਨ ਰਾਤ ਮਾਇਆ ਦੇ ਹੱਲਿਆਂ ਤੋਂ ਸੁਚੇਤ ਰਹਿੰਦੇ ਹਨ। ਸਾਚੇ ਕੀ ਲਿਵ ਗੁਰਮਤਿ ਜਾਤੀ, ਤੇ ਸਦਾ ਥਿਰ ਪਰਮਾਤਮਾ ਦੀ ਲਿਵ ਵਿੱਚ ਕੀ ਆਨੰਦ ਹੈ, ਕਿੰਨੀ ਚੜ੍ਹਦੀ ਕਲਾ ਹੈ, ਕਿੰਨਾ ਚਾਅ ਹੈ। ਇਹ ਕਿੱਦਾਂ ਪਤਾ ਲੱਗਦਾ? ਜਾਤੀ ਉਹਨੇ ਜਾਣੀ, ਉਹਨਾਂ ਨੇ ਗੁਰੂ ਦੀ ਮੱਤ ਤੋਂ ਇਹ ਤਜਰਬਾ, ਇਹ ਅਨੁਭਵ ਲਿਆ ਹੁੰਦਾ ਹੈ। ਮਨਮੁਖ ਸੋਏ ਰਹੇ ਸੇ ਲੁੱਟੇ, ਜਿਹੜੇ ਮਨ ਦੇ ਮਗਰ ਤੁਰਨ ਵਾਲੇ ਮਨੁੱਖ ਨੇ ਉਹ ਮਾਇਆ ਦੀ ਨੀਂਦ ਸੁੱਤੇ ਰਹਿੰਦੇ ਨੇ ਤੇ ਲੁੱਟੇ ਜਾਂਦੇ ਨੇ। ਗੁਰਮੁਖ ਸਾਬਤ ਭਾਈ ਹੈ, ਜਿਹੜੇ ਗੁਰਮੁਖ ਹੁੰਦੇ ਨੇ ਉਹ ਆਪਣੀ ਆਤਮਿਕ ਸਰਮਾਏ ਦੀ ਪੂੰਜੀ ਨੂੰ ਸਾਬਤ, ਲੁੱਟੇ ਜਾਣ ਤੋਂ ਬਚਾ ਲੈਂਦੇ ਨੇ, ਸਾਬਤ ਰੱਖ ਲੈਂਦੇ ਨੇ। ਤੇ ਸਿਮਰ 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 ਗੁਰ ਆਪਣਾ, ਸੋਇਆ ਮਨ ਜਗਾਈ। ਸੋ ਗੁਰੂ ਸਾਹਿਬ ਕਹਿੰਦੇ ਨੇ ਮੈਂ ਆਪਣੇ ਸੁੱਤੇ ਮਨ ਨੂੰ ਕਿਵੇਂ ਜਗਾਇਆ ਹੈ? ਗੁਰੂ ਗੁਰੂ ਕਰਕੇ। ਗੁਰੂ 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 ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਭਾਵ ਆਪਣੇ ਜੀਵਨ ਨੂੰ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਸਰਾ ਬਣਾਉਣਾ, ਜੀਵਨ ਦਾ ਆਧਾਰ ਬਣਾਉਣਾ, ਤੇ ਇਹ ਮੰਨ ਕੇ ਚੱਲਣਾ ਕਿ ਸਾਰਾ ਸੁੱਖ ਤੇ ਜੀਵਨ ਦੀ ਸਫਲਤਾ ਤੇ ਸਿਰਫ ਗੁਰਬਾਣੀ ਵਿੱਚੋਂ ਹੀ ਹੈ। ਗੁਰਬਿਨ ਅਵਰ ਨਾ ਜਾਣੇ ਕੋਏ, ਆਪ ਛੱਡ ਸਦਾ ਰਹੇ ਪਰਣੈ, ਗੁਰਬਿਨ ਅਵਰ ਨਾ ਜਾਣੇ ਕੋਏ। ਐਸੀ ਦ੍ਰਿੜਤਾ ਮਨ ਵਿੱਚ ਲਿਆਣੀ ਕਿ ਗੁਰੂ ਤੋਂ ਬਿਨਾਂ ਕੋਈ ਹੋਰ ਆਸਰਾ ਨਹੀਂ। ਇਹਦੇ ਨਾਲ ਮੈਂ ਆਪਣੇ ਸੁੱਤੇ ਮਨ ਨੂੰ ਜਗਾਉਣਾ ਹਾਂ। ਮਨ ਤਨ ਅਰਪ ਧਰੀ ਹਰ ਆਗੈ, ਜਨਮ ਜਨਮ ਕਾ ਸੋਇਆ ਜਾਗੈ। ਜਿਹੜਾ ਮਨੁੱਖ ਆਪਣਾ ਮਨ ਅਤੇ ਤਨ ਅਕਾਲ ਪੁਰਖ ਹਰੀ ਅੱਗੇ ਧਰ ਦਿੰਦਾ ਹੈ, ਉਹ ਫਿਰ ਜਨਮਾਂ ਜਨਮਾਂ ਦਾ ਸੁੱਤਾ ਹੋਇਆ ਵੀ ਜਾਗ ਜਾਂਦਾ ਹੈ। ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੁਆ ਸਿਆ। ਉਹਦੀ ਮੈਲ ਧੋਤੀ ਜਾਂਦੀ ਹੈ, ਉਹ ਜਾਗ ਜਾਂਦਾ ਹੈ। ਜਿਸ ਕਾ ਸਾ ਸੋਈ ਪ੍ਰਤੀਪਾਲਕ, ਫਿਰ ਜਿਹੜਾ ਉਹ ਸੀ, ਭਾਵ ਜਿਹਨੇ ਉਹਨੂੰ ਪੈਦਾ ਕੀਤਾ ਸੀ, ਜਿਹੜਾ ਉਹਦਾ ਉਹਨੂੰ ਜਨਮ ਦੇਣ ਵਾਲਾ ਸੀ, ਭਾਵ ਜਿਸ ਅਕਾਲ ਪੁਰਖ ਤੋਂ ਉਹਨੇ ਜਨਮ ਲਿਆ, ਸੋਈ ਪ੍ਰਤੀਪਾਲਕ, ਉਹੀ ਫਿਰ ਉਹਦਾ ਰਾਖਾ ਬਣ ਜਾਂਦਾ ਹੈ।
ਹੱਤ ਤਿਆਗੀ ਹੋਮੈ ਹੰਤਨਾ। ਉਹ ਫਿਰ ਆਤਮਿਕ ਜੀਵਨ ਦੀ ਹੱਤਿਆ ਕਰਨ ਵਾਲੀ ਹਉਮੈ ਨੂੰ ਖਤਮ ਕਰ ਦਿੰਦਾ ਹੈ। ਉਹ ਹਉਮੈ ਦੀ ਹੱਤਿਆ ਕਰ ਦਿੰਦਾ ਹੈ। ਭਾਵ ਆਤਮਿਕ ਜੀਵਨ ਦੀ ਹੱਤਿਆ ਕਰਨ ਵਾਲੀ ਹਉਮੈ ਦੀ ਹੱਤਿਆ ਉਹ ਕਰ ਦਿੰਦਾ ਹੈ, ਆਪਣੀ ਹਉਮੈ ਨੂੰ ਮਾਰ ਦਿੰਦਾ ਹੈ। ਜਲ ਥਲ ਪੂਰਨ ਅੰਤਰਜਾਮੀ। ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਵਾਹਿਗੁਰੂ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ। ਘਟ ਘਟ ਰਵਿਆ ਅਛਲ ਸੁਆਮੀ। ਮਾਇਆ ਤੋਂ ਨਾ ਛਲਿਆ ਜਾਣ ਵਾਲਾ ਉਹ ਮਾਲਿਕ ਹਰ ਹਿਰਦੇ ਵਿੱਚ ਹੈ। ਭਰਮ ਭੀਤ, ਭੀਤ ਮੈਨੇ ਕੰਧ, ਭਰਮ ਮੈਨੇ ਭਟਕਣਾ ਦੀ ਕੰਧ। ਕੋਈ ਗੁਰਪੁਰ ਹੈ। ਗੁਰੂਪੂਰਾ ਜਿਹੜਾ ਹੈ ਉਸ ਮਨੁੱਖ ਦੀ ਫਿਰ ਇਸ ਭਟਕਣਾ ਦੀ ਕੰਧ, ਮਾਇਆ ਦੀ ਭਟਕਣਾ ਵਾਲੀ ਕੰਧ ਨੂੰ ਢਹਿ ਢੇਰੀ ਕਰ ਦਿੰਦਾ ਹੈ। ਏਕ ਰਵਿਆ ਸਰਬੰਗਨਾ। ਤੇ ਉਹਨੂੰ ਘਟ ਘਟ ਵਿੱਚ ਹਰ ਥਾਂ ਤੇ ਇੱਕ ਅਕਾਲ ਪੁਰਖ ਵਸਦਾ ਨਜ਼ਰ ਆ ਜਾਂਦਾ ਹੈ। ਮਤਵਾਰੋ ਮਾਇਆ ਸੋਇਆ, ਗੁਰ ਭੇਟਤ ਭਰਮ ਭੁ ਖੋਇਆ। ਮਾਇਆ ਦੇ ਵਿੱਚ ਮਸਤ ਹੋਇਆ ਮਨੁੱਖ ਸੁੱਤਾ ਰਹਿੰਦਾ ਹੈ, ਪਰ ਗੁਰੂ ਨਾਲ ਜੁੜ ਕੇ ਗੁਰ ਭੇਟਤ ਭਰਮ ਭਉ ਖੋਇਆ। ਉਹਦੀ ਮਾਇਆ ਦੀ ਭਟਕਣਾ ਤੇ ਦੁਨੀਆ ਦੇ ਸਹਿਮ ਡਰ ਉਹ ਖਤਮ ਹੋ ਜਾਂਦੇ ਨੇ। ਕਹੋ ਨਾਨਕ ਏਕ ਧਿਆਇਆ, ਘਟ ਘਟ ਨਦਰੀ ਆਇਆ। ਗੁਰੂ ਨੂੰ ਭੇਟਣ ਕਰਕੇ, ਗੁਰੂ ਨਾਲ ਜੁੜ ਕੇ ਉਹ ਫਿਰ ਇੱਕ ਨੂੰ ਧਿਆਉਂਦਾ ਹੈ ਤੇ ਉਹਨੂੰ ਹਰ ਹਿਰਦੇ ਵਿੱਚ ਵਾਹਿਗੁਰੂ ਵਸਦਾ ਨਜ਼ਰ ਆ ਜਾਂਦਾ ਹੈ। ਕਿ ਜਾਗਤ ਸੋਇਆ ਜਨਮ ਗਵਾਇਆ। ਜਾਗਤ ਮਾਨੇ ਜੀਂਦੇ ਜਾਗਦੇ। ਇਸ ਜੀਵਨ ਵਿੱਚ ਜੀਂਦੇ ਜਾਗਦੇ ਜਿਹੜਾ ਮਨੁੱਖ ਮਾਇਆ ਦੀ ਨੀਂਦ ਵਿੱਚ ਸੁੱਤਾ ਰਿਹਾ, ਜਨਮ ਗਵਾਇਆ, ਉਹਨੇ ਮੰਨ ਲਓ ਆਪਣਾ ਜਨਮ ਗਵਾ ਲਿਆ। ਮਾਲ ਧਨ ਜੋਰਿਆ, ਭਿਆ ਪਰਾਇਆ। ਜਿਹੜਾ ਉਹਨੇ ਮਾਲ ਧਨ ਸੰਪਦਾ ਉਹ ਦੌੜ ਭੱਜ ਕਰਕੇ ਜੋੜੀ ਵੀ ਸੀਗੀ, ਉਹ ਪਰਾਈ ਹੋ ਜਾਂਦੀ, ਇੱਥੇ ਦੀ ਇੱਥੇ ਰਹਿ ਜਾਂਦੀ ਹੈ। ਕਹੋ ਕਬੀਰ ਤੇਈ ਨਰ ਭੁੱਲੇ। ਹੇ ਕਬੀਰ ਆਖ, ਇਹੋ ਜਿਹੇ ਨਰ ਜਿਹੜੇ ਸੁੱਤੇ ਰਹੇ ਤੇ ਮਾਲ ਧਨ ਜੋੜਨ 'ਚ ਹੀ ਲੱਗੇ ਰਹੇ, ਕਹਿੰਦੇ ਉਹ ਕੁਰਾਹੇ ਪਏ ਰਹੇ, ਭੁੱਲੇ ਰਹੇ। ਖਸਮ ਵਿਸਾਰ ਮਾਟੀ ਸੰਗਰੂਲੇ। ਅਕਾਲ ਪੁਰਖ ਨੂੰ ਵਿਸਾਰ ਕੇ ਉਹ ਮਿੱਟੀ 'ਚ ਹੀ ਰੁਲ ਗਏ। ਭਾਵ ਉਹਨਾਂ ਦਾ ਜਿਹੋ ਜਿਹਾ ਜਨਮ ਸੀ ਉਹੋ ਜਿਹਾ ਮਰਨ ਸੀ। ਉਹਨਾਂ ਨੇ ਕੋਈ ਖੱਟੀ ਨਹੀਂ ਖੱਟੀ। ਭਾਵ ਉਹਨਾਂ ਦਾ ਜਨਮ ਕਿਸੇ ਗਿਣਤੀ ਵਿੱਚ ਨਹੀਂ। ਮਨਮੁਖ ਸੂਤਾ ਮਾਇਆ ਮੋਹ ਪਿਆਰ। ਜਿਹੜਾ ਮਨਮੁਖ ਹੈ ਮਾਇਆ ਦੇ ਮੋਹ ਵਿੱਚ, ਮਾਇਆ ਦੇ ਪਿਆਰ ਵਿੱਚ ਸੌ ਜਾਂਦਾ ਹੈ, ਸੁੱਤਾ ਰਹਿੰਦਾ ਹੈ। ਗੁਰਮੁਖ ਜਾਗੇ ਗੁਣ ਗਿਆਨ ਵਿਚਾਰ। ਤੇ ਜਿਹੜੇ ਗੁਰੂ ਦੇ ਸਨਮੁਖ ਹੁੰਦੇ ਨੇ, ਜਿਹੜੇ ਗੁਰਮੁਖ ਨੇ, ਉਹ ਪਰਮਾਤਮਾ ਦੇ ਗੁਣਾਂ ਦਾ ਗਿਆਨ ਦੀ ਵਿਚਾਰ ਕਰਦੇ ਨੇ ਤੇ ਇਸ ਤਰ੍ਹਾਂ ਜਾਗਦੇ ਰਹਿੰਦੇ ਨੇ, ਮਾਇਆ ਦੇ ਹੱਲਿਆਂ ਤੋਂ ਸੁਚੇਤ ਰਹਿੰਦੇ ਨੇ। ਸੇ ਜਨ ਜਾਗੇ ਜਿਨ ਨਾਮ ਪਿਆਰ। ਕਹਿੰਦੇ ਜਿਨ੍ਹਾਂ ਦਾ ਨਾਮ ਦੇ ਨਾਲ ਪਿਆਰ ਪੈਂਦਾ ਹੈ ਉਹੀ ਜਨ ਜਾਗੇ ਰਹਿੰਦੇ ਹਨ। ਉਹੀ ਜਨ ਜਾਗੇ ਰਹਿੰਦੇ ਹਨ। ਸਹਿਜੇ ਜਾਗੈ ਸਵੈ ਨਾ ਕੋਏ, ਪੂਰੇ ਗੁਰ ਤੇ ਬੂਝੈ ਜਨ ਕੋਏ। ਜਿਹੜਾ ਮਨੁੱਖ ਪੂਰੇ ਗੁਰੂ ਤੋਂ ਸੋਝੀ ਪ੍ਰਾਪਤ ਕਰ ਲੈਂਦਾ ਹੈ, ਗਿਆਨ ਪ੍ਰਾਪਤ ਕਰ ਲੈਂਦਾ ਹੈ, ਉਹ ਫਿਰ ਆਤਮਕ ਅਡੋਲਤਾ ਵਿੱਚ ਸदैव ਜਾਗਿਆ ਰਹਿੰਦਾ ਹੈ, ਸਵੇ ਨਾ ਕੋਏ। ਉਹਦੇ ਤੇ ਫਿਰ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ, ਉਹ ਮਾਇਆ ਦੀ ਨੀਂਦ ਵਿੱਚ ਨਹੀਂ ਫਸਦਾ। ਆਖਰੀ ਅਸੀਂ ਕਰ ਲਈਏ। ਇੱਕ ਸ਼ਬਦ ਵਿਚਾਰ ਸਦਾ ਜਨ ਜਾਗੇ। ਇੱਕ ਮੈਨੇ ਕੱਕੇ ਨੂੰ ਸਿਹਾਰੀ, ਕਈ ਭਾਗਾਂ ਵਾਲੇ ਐਸੇ ਹਨ ਜੋ ਸ਼ਬਦ ਦੀ, ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਸਦਾ ਜਾਗਦੇ ਰਹਿੰਦੇ ਹਨ, ਸੁਚੇਤ ਰਹਿੰਦੇ ਹਨ, ਸਾਵਧਾਨ ਰਹਿੰਦੇ ਹਨ। ਇੱਕ ਮਾਇਆ ਮੋਹ ਸੋਏ ਰਹੇ ਅਭਾਗੇ। ਤੇ ਕੁਝ ਐਸੇ ਹੈਗੇ ਨੇ ਮੰਦਭਾਗੇ, ਬਦਕਿਸਮਤ, ਜਿਹੜੇ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੇ ਰਹਿੰਦੇ ਨੇ। ਪਰ ਇਹ ਸਾਰੀ ਖੇਡ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਪਣੀ ਹੀ ਹੈ। ਆਪੇ ਕਰੇ ਕਰਾਏ ਆਪੇ। ਸਾਰੇ ਜੀਵਾਂ ਵਿੱਚ ਬੈਠਾ ਵਾਹਿਗੁਰੂ ਉਹ ਆਪ ਹੀ ਸਭ ਕੁਝ ਕਰਾਉਂਦਾ ਹੈ ਤੇ ਆਪ ਹੀ ਕਰਨ ਵਾਲਾ ਹੈ। ਔਰ ਕਰਨਾ ਕਿਛੂ ਨਾ ਜਾਈ ਹੈ। ਇਹਦੇ ਬਾਰੇ ਅਸੀਂ ਕੋਈ ਹੋਰ ਹੀਲਾ ਵਸੀਲਾ, ਕੋਈ ਜੁਗਤੀ ਜਾਂ ਪਰਮਾਤਮਾ ਦੇ ਹੁਕਮ ਤੋਂ ਆਕੀ ਹੋ ਕੇ ਕੁਝ ਵੀ ਨਹੀਂ ਕਰ ਸਕਦੇ। ਸੋ ਇੱਕੋ ਹੀ ਬਸ ਰਾਹ ਹੈ ਕਿ ਅਸੀਂ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਰਹੀਏ ਕਿ ਉਹ ਸਾਡੇ ਮਨ ਵਿੱਚ ਇਹੋ ਜਿਹੀ ਭਾਵਨਾ ਜਗਾਏ, ਗੁਰਮੁਖਾਂ ਦੀ ਸੰਗਤ ਬਖਸ਼ੇ, ਤੇ ਉਹ ਪਿਆਰ ਜਗਾਉਣ ਵਾਲਾ ਆਪ ਹੀ ਹੈ। ਸੋ ਇਹ ਸਨ ਵਿਚਾਰਾਂ ਅੱਜ ਅਸੀਂ ਜੋ ਕੀਤੀਆਂ। ਜਿਹੜਾ ਸਾਡਾ ਵਿਸ਼ਾ ਸੀ ਜਾਗੋ ਜਾਗੋ ਸੂਤਿਓ, ਨੀਂਦ ਬਾਰੇ, ਜਾਗਣ ਬਾਰੇ ਅਸੀਂ ਸਾਰੇ ਜਾਣਦੇ ਹਾਂ। ਪਰ ਇਹ ਅਧਿਆਤਮਿਕ ਜੀਵਨ ਦੇ ਵਿੱਚ ਇੱਕ ਨੀਂਦ ਕਿਹੜੀ ਹੈ, ਮਾਇਆ ਦੇ ਮੋਹ ਦੀ ਨੀਂਦ, ਜਦੋਂ ਮਨੁੱਖ ਅਸਲੀਅਤ ਤੋਂ ਦੂਰ ਹੋ ਜਾਂਦਾ ਹੈ। ਜਿਵੇਂ ਨੀਂਦ ਵਿੱਚ ਸੁਪਨਾ ਅਸਲੀਅਤ ਜਾਪਦਾ ਹੈ, ਇਸੇ ਤਰ੍ਹਾਂ ਮਾਇਆ ਦੀ ਨੀਂਦ ਵਿੱਚ ਜੋ ਸੁਪਨਾ ਹੈ, ਜੋ ਭਰਮ ਹੈ, ਜੋ ਸਾਨੂੰ ਲੱਗਦਾ ਹੈ ਕਿ ਇਹ ਸੁੱਖ ਦੇਗਾ, ਉਹ ਅਸਲ ਵਿੱਚ ਦੁੱਖਾਂ ਦਾ ਕਾਰਨ ਹੁੰਦਾ ਹੈ।
ਸੋ ਗੁਰਬਾਣੀ ਪੜ੍ਹ ਕੇ ਵਿਚਾਰ ਕੇ ਹੀ ਸਾਨੂੰ ਇਹਨਾਂ ਗੱਲਾਂ ਦੀ ਸੋਝੀ ਜਿਹੜੀ ਆਉਂਦੀ ਹੈ। ਸੋ ਆਖਰੀ ਸਲਾਈਡ ਵਿੱਚ ਅਸੀਂ ਪੜਿਆ ਇੱਕ ਸ਼ਬਦ ਵਿਚਾਰ, ਸ਼ਬਦ ਵਿਚਾਰ ਕੇ ਜਿਹੜੇ ਜਨ ਜਾਗੇ ਉਹ ਜਾਗਦੇ ਰਹਿੰਦੇ ਨੇ। ਸੋ ਅਸੀਂ ਵੱਧ ਤੋਂ ਵੱਧ ਆਪਣੀ ਬਾਣੀ ਪੜ੍ਹੀਏ, ਕੰਠ ਕਰੀਏ, ਸੁਣੀਏ, ਵਿਚਾਰੀਏ, ਤਾਂ ਹੀ ਅਸੀਂ ਮਾਇਆ ਦੇ ਹੱਲਿਆਂ ਤੋਂ ਸੁਚੇਤ ਰਹਿ ਸਕਦੇ ਹਾਂ। ਦਾਸ ਦਾ ਚੈਨਲ ਹੈਗਾ ਚਟਸਾਲ, ਇਹਦੇ ਵਿੱਚ ਐਜੂਕੇਸ਼ਨਲ ਵੀਡੀਓਜ਼ ਹੈਗੇ ਨੇ ਤੇ ਕੁਝ ਗੁਰਬਾਣੀ ਦੇ ਵੀਡੀਓਜ਼ ਹੈਗੇ ਨੇ। ਸੋ ਇਹ ਤੇ ਜਾ ਕੇ ਤੁਸੀਂ ਜਰੂਰ ਪਲੇਲਿਸਟ ਨੂੰ ਐਕਸਪਲੋਰ ਕਰੋ। ਸੋ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਗੱਜ ਵੱਜ ਕੇ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।